प्यारे बच्चों, मैं गुरप्रीत सिंह, साइंस अध्यापक, सरकारी मिडल स्कूल शाहपुर, ਜ਼ਿਲ੍ਹਾ ਸੰਗਰੂਰ, ਬਲਾਕ ਸੰਗਰੂਰ 2। ਅੱਜ ਅਸੀਂ ਪੜ੍ਹਾਂਗੇ ਕਿਸ਼ੋਰ ਅਵਸਥਾ ਬਾਰੇ। ਵਾਧਾ ਇੱਕ ਕੁਦਰਤੀ ਪ੍ਰਕਿਰਿਆ ਹੈ। ਆਪਣੇ ਜਨਮ ਤੋਂ ਲੈ ਕੇ ਆਪਣੇ ਸਰੀਰ ਦੇ ਵਿੱਚ ਵਾਧਾ ਚੱਲਦਾ ਰਹਿੰਦਾ ਹੈ। ਤਾਂ ਇਸ ਵਾਧੇ ਦੇ ਦੌਰਾਨ ਆਪਣੇ ਸਰੀਰ ਦੇ ਵੱਖ-ਵੱਖ ਅੰਗਾਂ ਦਾ ਵਿਕਾਸ ਹੁੰਦਾ ਹੈ। ਤਾਂ ਇਸੇ ਸਮੇਂ ਦੌਰਾਨ ਇੱਕ ਅਜਿਹੀ ਅਵਸਥਾ ਆਉਂਦੀ ਹੈ ਜਦੋਂ ਆਪਣੇ ਸਰੀਰ ਦੇ ਵਿੱਚ ਕੁਝ ਚੇਂਜਸ ਆਉਂਦੇ ਨੇ। ਤਾਂ ਉਹਨਾਂ ਬਦਲਾਵਾਂ ਦੇ ਕਰਕੇ ਅਸੀਂ ਬੱਚੇ ਨਹੀਂ ਰਹਿੰਦੇ, ਸਾਡੇ ਵਿੱਚ ਕੁਝ ਗੁਣ ਬੱਚਿਆਂ ਤੋਂ ਹਟ ਕੇ ਆਉਂਦੇ ਨੇ ਅਤੇ ਅਸੀਂ ਪੂਰੇ ਵੱਡੇ ਵੀ ਨਹੀਂ ਹੁੰਦੇ। ਤਾਂ ਇਹ ਵਾਲੀ ਅਵਸਥਾ ਜਦੋਂ ਸਾਡੇ ਸਰੀਰ ਵਿੱਚ ਬੱਚਿਆਂ ਦੇ ਗੁਣ ਛੱਡ ਕੇ ਕੁਝ ਬਦਲਾਵ ਆਉਣ ਲੱਗ ਜਾਂਦੇ ਨੇ ਤਾਂ ਇਸ ਨੂੰ ਅਸੀਂ ਬੋਲਦੇ ਹਾਂ ਪ੍ਰੌੜ ਅਵਸਥਾ, ਯਾਨੀ ਕਿ ਪ੍ਰੌੜ ਅਵਸਥਾ ਦਾ ਆਰੰਭ ਹੋ ਜਾਂਦਾ ਹੈ। ਅਤੇ ਇਹ ਵਾਲੀ ਏਜ ਜਦੋਂ ਸਾਡੇ 'ਚ ਚੇਂਜਸ ਆਉਂਦੇ ਨੇ ਇਸ ਨੂੰ ਆਪਾਂ ਬੋਲਦੇ ਹਾਂ ਕਿਸ਼ੋਰ ਅਵਸਥਾ। ਕਿਸ਼ੋਰ ਅਵਸਥਾ ਦੀ ਉਮਰ ਲਗਭਗ 11 ਸਾਲ ਤੋਂ ਸਟਾਰਟ ਹੋ ਜਾਂਦੀ ਹੈ ਅਤੇ ਇਹ 18 ਜਾਂ 19 ਸਾਲ ਤੱਕ ਰਹਿੰਦੀ ਹੈ। ਕਿਸ਼ੋਰ ਅਵਸਥਾ ਨੂੰ ਅਸੀਂ ਅੰਗਰੇਜ਼ੀ 'ਚ ਟੀਨਏਜ ਵੀ ਬੋਲ ਦਿੰਦੇ ਹਾਂ ਅਤੇ ਜਿਹੜੇ ਬੱਚੇ ਨੇ ਇਹਨਾਂ ਨੂੰ ਟੀਨਏਜਰ ਬੋਲ ਦਿੰਦੇ ਹਾਂ, ਕਿਉਂਕਿ ਇਹ ਸਮਾਂ ਅੰਗਰੇਜ਼ੀ ਦੇ ਟੀਨਸ ਤੋਂ ਲਿਆ ਗਿਆ ਹੈ। ਜਿਵੇਂ 13, 14, 15 ਸੋ ਔਨ 19। ਤਾਂ ਤੁਹਾਡੇ ਇਹ ਵਾਲੇ ਉਮਰ ਦੇ ਜਿਹੜੇ ਸਾਲ ਹੁੰਦੇ ਨੇ ਇਹਨਾਂ ਦੇ ਪਿੱਛੇ ਟੀਨ ਲੱਗਦਾ ਹੈ, ਇਸ ਕਰਕੇ ਇਹਨਾਂ ਨੂੰ ਟੀਨਏਜ ਬੋਲਦੇ ਨੇ ਅਤੇ ਬੱਚਿਆਂ ਨੂੰ ਬੋਲਦੇ ਆਪਾਂ ਟੀਨਏਜਰ। ਕੁੜੀਆਂ ਦੇ ਵਿੱਚ ਇਹ ਜਿਹੜੀ ਅਵਸਥਾ ਹੈ ਉਹ 1 ਜਾਂ 2 ਸਾਲ ਪਹਿਲਾਂ ਆਰੰਭ ਹੋ ਜਾਂਦੀ ਹੈ ਮੁੰਡਿਆਂ ਦੇ ਕੰਪੈਰੀਜ਼ਨ। ਅਤੇ ਵੱਖ-ਵੱਖ ਉਮਰ ਦੇ ਵਿਅਕਤੀਆਂ ਵਿੱਚ ਇਹ ਵੱਖ-ਵੱਖ ਹੋ ਸਕਦੀ ਹੈ। ਕੁਛ ਬੱਚਿਆਂ ਦੇ ਵਿੱਚ 1-2 ਸਾਲ ਪਹਿਲਾਂ ਹੋ ਜਾਂਦੀ ਹੈ, ਕੁਛ ਦੇ ਵਿੱਚ ਬਾਅਦ ਵਿੱਚ ਹੋ ਜਾਂਦੀ ਹੈ। ਕਿਸ਼ੋਰ ਅਵਸਥਾ ਦੇ ਦੌਰਾਨ ਮਨੁੱਖ ਦੇ ਵਿੱਚ ਬਹੁਤ ਸਾਰੇ ਪਰਿਵਰਤਨ ਆਉਂਦੇ ਨੇ। ਤਾਂ ਲੜਕਿਆਂ ਅਤੇ ਲੜਕੀਆਂ ਦੇ ਵਿੱਚ ਦੋਨਾਂ 'ਚ ਅਲੱਗ-ਅਲੱਗ ਤਰ੍ਹਾਂ ਦੇ ਪਰਿਵਰਤਨ ਆਉਂਦੇ ਨੇ, ਕੁਛ ਅਲੱਗ ਹੁੰਦੇ ਨੇ। ਇਸ ਸਮੇਂ ਦੇ ਦੌਰਾਨ ਤੁਹਾਡੇ ਕੀ ਹੈ, ਸਰੀਰਕ ਅਤੇ ਮਾਨਸਿਕ ਦੋਨਾਂ ਦੇ ਵਿੱਚ ਕੀ ਬਦਲਾਵ ਆਉਂਦੇ ਨੇ। ਸਰੀਰਕ ਅਤੇ ਮਾਨਸਿਕ ਪੱਧਰ 'ਤੇ ਵਾਧਾ ਹੁੰਦਾ ਹੈ, ਸਰੀਰ ਦੇ ਪੱਖੋਂ ਵੀ ਤੁਹਾਡਾ ਵਾਧਾ ਹੁੰਦਾ ਹੈ ਅਤੇ ਮਾਨਸਿਕ ਪੱਧਰ 'ਤੇ ਸੋਚਣ ਦੀ ਦਰ ਦੇ ਵਿੱਚ ਵੀ ਤੁਹਾਡਾ ਵਾਧਾ ਚੱਲਦਾ ਰਹਿੰਦਾ ਹੈ। ਤਾਂ ਇਸ ਸਮੇਂ ਦੇ ਦੌਰਾਨ ਕਈ ਅਲੱਗ-ਅਲੱਗ ਪੜਾਵਾਂ ਦੇ ਵਿੱਚੋਂ ਤੁਹਾਨੂੰ ਲੰਘਣਾ ਪੈਂਦਾ ਹੈ ਅਤੇ ਉਸ ਦੇ ਦੌਰਾਨ ਜਿਹੜੇ ਸਰੀਰ ਦੇ ਵਿੱਚ ਚੇਂਜਸ ਆਉਂਦੇ ਨੇ, ਬਦਲਾਵ ਆਉਂਦੇ ਨੇ, ਉਹਦੇ ਅਕੋਰਡਿੰਗ ਤੁਹਾਨੂੰ ਉਸ ਦੇ ਅਕੋਰਡਿੰਗ ਢਲਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ। ਕਿਸ਼ੋਰ ਅਵਸਥਾ ਦੇ ਵਿੱਚ ਜੋ ਬਦਲਾਵ ਆਉਂਦੇ ਨੇ ਉਹਨਾਂ ਬਦਲਾਵਾਂ ਦੇ ਅਨੁਸਾਰ ਬਿਲਕੁਲ ਘਬਰਾਉਣ ਵਾਲੀ ਜ਼ਰੂਰਤ ਨਹੀਂ ਹੁੰਦੀ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਅਤੇ ਸਾਰੇ ਮਨੁੱਖਾਂ ਦੇ ਵਿੱਚ ਹੁੰਦੀ ਰਹਿੰਦੀ ਹੈ। ਕਿਸ਼ੋਰ ਅਵਸਥਾ ਦੀ ਸਭ ਤੋਂ ਜੋ ਮਹੱਤਵਪੂਰਨ ਸਟੇਜ ਹੁੰਦੀ ਹੈ ਉਹ ਹੁੰਦਾ ਹੈ ਜਨਨ ਅੰਗਾਂ ਦੇ ਵਿੱਚ ਵਾਧਾ। ਤਾਂ ਜਨਨ ਅੰਗ ਹੁੰਦੇ ਨੇ ਜਿਹੜੇ ਤੁਹਾਨੂੰ ਮਤਲਬ ਕਿ ਪ੍ਰਜਨਨ ਦੇ ਕਾਬਲ ਬਣਾਉਂਦੇ ਨੇ। ਤਾਂ ਜਦੋਂ ਹੀ ਤੁਹਾਡੇ ਕਿਸ਼ੋਰਾਂ ਦੇ ਵਿੱਚ ਜਨਨ ਪ੍ਰੌੜਤਾ ਮਤਲਬ ਕਿ ਪੂਰੀ ਹੋ ਜਾਂਦੀ ਹੈ ਤਾਂ ਉਸ ਦੇ ਨਾਲ ਹੀ ਆਪਾਂ ਕਹਿੰਦੇ ਹਾਂ ਤੁਹਾਡੀ ਜਵਾਨੀ ਦੀ ਉਮਰ ਸਟਾਰਟ ਹੋ ਗਈ, ਯਾਨੀ ਕਿ ਤੁਸੀਂ ਪ੍ਰਜਨਨ ਕਰਨ ਦੇ ਕਾਬਲ ਹੋ ਗਏ। ਤਾਂ ਪ੍ਰੌੜ ਅਵਸਥਾ ਦੇ ਵਿੱਚ ਵੱਖ-ਵੱਖ ਪਰਿਵਰਤਨ ਹੁੰਦੇ ਨੇ। ਅੱਜ ਅਸੀਂ ਇਹਨਾਂ ਪਰਿਵਰਤਨਾਂ ਬਾਰੇ ਹੀ ਸਮਝਾਂਗੇ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਾਂਗੇ। ਪ੍ਰੌੜ ਅਵਸਥਾ ਦੇ ਵਿੱਚ ਸਭ ਤੋਂ ਪਹਿਲਾਂ ਜੋ ਹੋਣ ਵਾਲਾ ਪਰਿਵਰਤਨ ਹੈ ਉਹ ਹੈਗਾ ਕੱਦ ਵਿੱਚ ਵਾਧਾ। ਤਾਂ ਇਹ ਉਮਰ ਦੇ ਵਿੱਚ ਕੀ ਹੈ, ਕੱਦ ਦੇ ਵਿੱਚ ਅਚਾਨਕ ਇੱਕਦਮ ਵਾਧਾ ਹੁੰਦਾ ਹੈ। ਤਾਂ ਇਸ ਵਿੱਚ ਕੀ ਹੈ, ਤੁਹਾਡੇ ਸਰੀਰ ਦੀਆਂ ਹੱਡੀਆਂ, ਹੱਥਾਂ ਪੈਰਾਂ ਦੇ ਜਿਹੜੀ ਲੰਬਾਈ ਹੈ ਇੱਕਦਮ ਉਸ ਦੇ ਵਿੱਚ ਵਾਧਾ ਹੋ ਜਾਂਦਾ ਹੈ। ਕਈ ਵਾਰ ਕੁਛ ਵਿਅਕਤੀ ਕੀ ਹੈ ਇੱਕਦਮ ਵੱਧ ਜਾਂਦੇ ਨੇ, ਕਈ ਉਮਰ ਦੇ ਨਾਲ ਹੌਲੀ-ਹੌਲੀ ਵੱਧਦੇ ਨੇ। ਤਾਂ ਇਸ ਕਰਕੇ ਜੇਕਰ ਤੁਹਾਡੇ ਸਰੀਰ ਦੇ ਵਿੱਚ ਕੀ ਹੈ, ਹੱਥ ਪੈਰ, ਤੁਹਾਡੇ ਬਾਹਾਂ ਇੱਕਦਮ ਬਾਕੀ ਸਰੀਰ ਨਾਲ ਲੰਬੀਆਂ ਹੋ ਜਾਂਦੀਆਂ ਨੇ ਤਾਂ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ, ਕਿਉਂਕਿ ਉਮਰ ਦੇ ਨਾਲ ਸਰੀਰ ਦੇ ਜਿਹੜੇ ਬਾਕੀ ਅੰਗ ਨੇ ਉਹਨਾਂ ਦਾ ਵੀ ਵਾਧਾ ਹੁੰਦਾ ਰਹਿੰਦਾ ਹੈ। ਅਤੇ ਜਦੋਂ ਕਿਸ਼ੋਰ ਅਵਸਥਾ ਪੂਰੀ ਹੁੰਦੀ ਹੈ ਤਾਂ ਉਸ ਦੇ ਨਾਲ ਤੁਹਾਡਾ ਸਰੀਰ ਬਿਲਕੁਲ ਇਕਸਾਰ ਹੋ ਜਾਂਦਾ ਹੈ, ਸਰੀਰ ਦੇ ਬਾਕੀ ਸਾਰੇ ਅੰਗ ਵੀ ਵੱਧ ਕੇ ਬਰਾਬਰ ਢਲ ਜਾਂਦੇ ਨੇ। ਤਾਂ ਜਿਹੜੇ ਸਰੀਰ ਦੀ ਵਾਧੇ ਦੀ ਉਮਰ ਹੁੰਦੀ ਹੈ ਇਹ ਮੋਸਟਲੀ ਤੁਹਾਡੀ ਜਿਵੇਂ ਸਟਾਰਟ ਹੁੰਦੀ ਹੈ ਤਾਂ 11 ਉਮਰ ਤੋਂ ਤਕਰੀਬਨ 80% ਤੋਂ ਉੱਪਰ ਲੜਕਿਆਂ ਵਿੱਚ ਅਤੇ ਲੜਕੀਆਂ ਵਿੱਚ 88% ਤੱਕ ਵਾਧਾ ਹੋਇਆ ਹੁੰਦਾ ਹੈ। ਤਾਂ ਚੱਲਦੇ 18 ਸਾਲ ਤੱਕ 100% ਲੰਬਾਈ ਵਿੱਚ ਵਾਧਾ ਹੋ ਜਾਂਦਾ ਹੈ, ਲੜਕਿਆਂ ਵਿੱਚ ਵੀ ਅਤੇ ਲੜਕੀਆਂ ਵਿੱਚ ਵੀ। ਇਹ ਜਿਹੜਾ ਵਾਧਾ ਹੈ ਇਹ ਅਲੱਗ-ਅਲੱਗ ਪੜਾਅ 'ਤੇ ਹੁੰਦਾ ਹੈ। ਕਈਆਂ 'ਚ ਵਾਧਾ ਪਹਿਲਾਂ ਹੋ ਜਾਂਦਾ ਹੈ, ਕਈਆਂ 'ਚ ਬਾਅਦ 'ਚ। ਲੜਕੀਆਂ 'ਚ ਲੜਕਿਆਂ ਦੇ ਮੁਕਾਬਲੇ ਸਰੀਰਕ ਵਾਧਾ ਪਹਿਲਾਂ ਸਟਾਰਟ ਹੋ ਜਾਂਦਾ ਹੈ। ਇਸੇ ਕਰਕੇ ਲੜਕੀਆਂ ਜਿਹੜੀਆਂ ਨੇ ਉਹ ਆਪਣੇ ਜਮਾਤ ਦੇ ਲੜਕਿਆਂ ਨਾਲੋਂ ਜ਼ਿਆਦਾ ਲੰਬੀਆਂ ਲੱਗਣ ਲੱਗ ਜਾਂਦੀਆਂ ਨੇ। ਪਰ ਜਿਉਂ-ਜਿਉਂ ਤੁਸੀਂ ਅੱਗੇ 9ਵੀਂ 10ਵੀਂ ਕਲਾਸ 'ਚ ਪਹੁੰਚਦੇ ਹੋ ਤਾਂ ਫਿਰ ਕੀ ਹੈ, ਮੁੰਡੇ ਅਤੇ ਕੁੜੀਆਂ ਦਾ ਕੱਦ ਬਰਾਬਰ ਹੋ ਜਾਂਦਾ ਅਤੇ ਬਾਅਦ 'ਚ ਜਾ ਕੇ ਉਹ ਇੱਕ ਦੂਜੇ ਦੇ ਸਮਾਨ ਹੋ ਜਾਂਦੇ ਨੇ। ਪਰ ਛੋਟੀਆਂ ਕਲਾਸਾਂ ਦੇ ਵਿੱਚ 7ਵੀਂ 8ਵੀਂ ਤੁਸੀਂ ਦੇਖਦੇ ਹੋ ਕਿ ਲੜਕੀਆਂ ਆਪਣੇ ਕਲਾਸ ਦੇ ਲੜਕਿਆਂ ਨਾਲੋਂ ਜ਼ਿਆਦਾ ਲੰਬੀਆਂ ਹੁੰਦੀਆਂ ਨੇ, ਕਿਉਂਕਿ ਉਹਨਾਂ ਵਿੱਚ ਜਿਹੜਾ ਸਰੀਰਕ ਵਾਧਾ ਹੈ ਇਹ ਜਲਦੀ ਹੋ ਜਾਂਦਾ ਹੈ। ਜੇ ਤੁਸੀਂ ਆਪਣੇ ਗਣਨਾ ਕਰਨੀ ਹੋਵੇ ਲੰਬਾਈ ਦੀ ਤਾਂ ਉਸ ਦਾ ਸਿੰਪਲ ਹੁੰਦਾ ਤਰੀਕਾ। ਤੁਸੀਂ ਆਪਣੀ ਜੋ ਤੁਹਾਡੀ ਲੰਬਾਈ ਹੈ
ਉਸਨੂੰ ਆਪਣੀ ਉਮਰ ਦੇ ਨਾਲ ਕੀ ਹੈ, ਉਸਨੂੰ ਭਾਗ ਕਰੋ ਅਤੇ ਜੋ ਉੱਤਰ ਆਉਂਦਾ ਹੈ ਤਾਂ ਉਸਨੂੰ 100 ਨਾਲ ਗੁਣਾ ਕਰੋ। ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡੀ ਸਰੀਰ ਦੀ ਵਾਧਾ ਕਿੰਨਾ ਹੋਏਗਾ, ਤੁਸੀਂ ਯਾਨੀ ਕਿ ਕਿੰਨੇ ਲੰਬੇ ਹੋ ਸਕਦੇ ਹੋ ਆਪਣੀ ਕਿਸ਼ੋਰ ਅਵਸਥਾ ਪੂਰੀ ਹੋਣ ਤੱਕ। ਪਰ ਇਹ ਜ਼ਰੂਰੀ ਨਹੀਂ ਹੈ, ਕੁਛ ਕੁ ਬੱਚਿਆਂ ਦੇ ਵਿੱਚ ਇਹ ਐਕਸੈਪਸ਼ਨ ਵੀ ਹੋ ਸਕਦਾ ਤੁਹਾਡਾ ਕੱਦ ਹੁਣ ਘੱਟ ਹੈ ਪਰ ਆਉਣ ਵਾਲੇ ਟਾਈਮ ਦੇ ਵਿੱਚ ਕੱਦ ਜ਼ਿਆਦਾ ਲੰਬਾ ਹੋ ਜਾਵੇ। ਲੜਕੀਆਂ ਜਿਹੜੀਆਂ ਨੇ, ਜਿਵੇਂ ਪਹਿਲਾਂ ਅਸੀਂ ਦੱਸ ਚੁੱਕੇ ਹਾਂ ਕਿ ਉਹ ਲੜਕਿਆਂ ਦੇ ਮੁਕਾਬਲੇ ਤੇਜ਼ੀ ਨਾਲ ਵਾਧਾ ਕਰਦੇ ਨੇ, ਪਰੰਤੂ 18 ਸਾਲ ਦੀ ਉਮਰ ਤੱਕ ਦੋਨੋਂ ਜਿੰਨੇ ਆਪਣੇ ਸਰੀਰ ਤੱਕ ਮਤਲਬ ਕਿ ਵਾਧਾ ਹੋਣਾ ਹੁੰਦਾ ਉਹਨਾਂ ਵਾਧਾ ਸਭ 'ਚ ਹੋ ਚੁੱਕਿਆ ਹੁੰਦਾ ਹੈ। ਤਾਂ ਇਸ ਤਰ੍ਹਾਂ ਇਹ ਆਪਣਾ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਪਹਿਲਾ ਪੱਖ ਹੁੰਦਾ ਹੈ ਸਰੀਰ ਦੇ ਕੱਦ ਵਿੱਚ ਵਾਧਾ। ਦੂਜਾ ਜਿਹੜੇ ਚੇਂਜਸ ਆਉਂਦੇ ਨੇ ਕਿਸ਼ੋਰ ਅਵਸਥਾ ਪ੍ਰੌੜ ਅਵਸਥਾ ਦੇ ਵਿੱਚ, ਉਹ ਹੁੰਦਾ ਸਰੀਰਕ ਬਨਾਵਟ, ਆਕਾਰ ਵਿੱਚ ਪਰਿਵਰਤਨ। ਆਪਣੇ ਸਰੀਰ ਦੇ ਵੱਖ-ਵੱਖ ਅੰਗਾਂ ਦਾ ਆਕਾਰ ਅਤੇ ਉਹਦੀ ਬਨਾਵਟ ਵਿੱਚ ਫਰਕ ਪੈ ਜਾਂਦਾ ਹੈ। ਜਿਵੇਂ ਕਿ ਤੁਸੀਂ ਦੇਖਿਆ ਹੋਏਗਾ ਮੁੰਡਿਆਂ ਦੇ ਛਾਤੀ ਅਤੇ ਮੋਢੇ ਉਹ ਚੌੜੇ ਹੋ ਜਾਂਦੇ ਨੇ। ਜੇ ਪਹਿਲਾਂ ਕੋਈ ਮੁੰਡੇ ਪਤਲੇ ਜਿਹੇ ਹੁੰਦੇ ਨੇ ਤਾਂ ਇਸ ਉਮਰ 'ਚ ਆ ਕੇ ਉਹ ਅਚਾਨਕ ਥੋੜ੍ਹੇ ਜਿਹੇ ਮੋਢਿਆਂ ਤੋਂ ਕੀ ਹੈ ਚੌੜੇ ਹੋਣਾ ਸ਼ੁਰੂ ਹੋ ਜਾਂਦੇ ਨੇ। ਲੜਕੀਆਂ ਦੇ ਵਿੱਚ ਕੀ ਹੈ, ਉਹਨਾਂ ਦੇ ਕਮਰ ਵਾਲਾ ਹਿੱਸਾ ਜਿਹੜਾ ਉਹ ਥੋੜ੍ਹਾ ਜਿਹਾ ਜ਼ਿਆਦਾ ਵੱਧ ਜਾਂਦਾ ਹੈ। ਇਸੇ ਤਰ੍ਹਾਂ ਲੜਕੀਆਂ ਦੀਆਂ ਮਾਸਪੇਸ਼ੀਆਂ ਸਟਰੋਂਗ ਹੋ ਜਾਂਦੀਆਂ ਨੇ, ਜਿਵੇਂ ਤੁਸੀਂ ਆਪ ਕਹਿੰਦੇ ਹੋ ਕਿ ਉਹਨਾਂ ਦੇ ਡੌਲੇ ਵਗੈਰਾ ਬਣਨ ਲੱਗ ਜਾਂਦੇ ਨੇ, ਉਹਨਾਂ ਦੇ ਮਸਲ ਵਗੈਰਾ ਅਲੱਗ ਸ਼ੋ ਹੋਣ ਲੱਗ ਜਾਂਦੇ ਨੇ ਅਤੇ ਸਰੀਰ ਉਹਨਾਂ ਦਾ ਕੀ ਹੈ ਗਠੀਲਾ ਹੋਣ ਲੱਗ ਜਾਂਦਾ ਹੈ। ਅਤੇ ਕਿਸ਼ੋਰ ਅਵਸਥਾ ਦੇ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਵਿੱਚ ਅਲੱਗ-ਅਲੱਗ ਪਰਿਵਰਤਨ ਹੁੰਦੇ ਨੇ। ਤਾਂ ਇਹ ਮਤਲਬ ਕਿ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਸ ਦੇ ਵਿੱਚ ਉਹਨਾਂ ਦੇ ਸਰੀਰ ਦੇ ਵੱਖ-ਵੱਖ ਅੰਗਾਂ ਦੇ ਆਕਾਰਾਂ ਵਿੱਚ ਪਰਿਵਰਤਨ ਹੁੰਦਾ ਹੈ। ਇਸ ਦੇ ਦੌਰਾਨ ਤੁਹਾਨੂੰ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਬਿਲਕੁਲ ਆਸਾਨੀ ਨਾਲ ਮਤਲਬ ਕਿ ਕੁਦਰਤੀ ਪ੍ਰਕਿਰਿਆ ਦੁਆਰਾ ਇਹ ਵਾਧਾ ਹੁੰਦਾ ਰਹਿੰਦਾ ਹੈ। ਇਸ ਤੋਂ ਅਗਲਾ ਪੱਖ ਜੋ ਆਪਾਂ ਪੜ੍ਹਨਾ ਹੈ ਉਹ ਹੈਗਾ ਆਵਾਜ਼ ਵਿੱਚ ਪਰਿਵਰਤਨ। ਆਪਾਂ ਦੇਖਦੇ ਹੁੰਦੇ ਹਾਂ ਕਿ ਕਈ ਵਾਰ ਆਪਣੀ ਕਲਾਸ ਦੇ ਵਿੱਚ ਕੁਝ ਬੱਚੇ ਹੁੰਦੇ ਨੇ, ਉਹਨਾਂ ਦੀ ਆਵਾਜ਼ ਬਿਲਕੁਲ ਸਮਝ ਨਹੀਂ ਆਉਂਦੀ, ਜਾਂ ਤਾਂ ਬਿਲਕੁਲ ਬਰੀਕ ਜੀ ਹੋ ਜਾਂਦੀ ਹੈ ਜਾਂ ਕੀ ਹੈ ਮੋਟੀ ਹੋ ਜਾਂਦੀ ਹੈ। ਕਈ ਵਾਰ ਕੀ ਹੈ ਉਹ ਕੁਝ ਬੋਲਦੇ ਨੇ ਤਾਂ ਉਹਨਾਂ ਦੀ ਆਵਾਜ਼ ਨਿਕਲਦੀ ਨਹੀਂ, ਆਪਾਂ ਨੂੰ ਲੱਗਦਾ ਉਹਨਾਂ ਦੀ ਆਵਾਜ਼ ਫਟੀ ਹੋਈ ਹੈ। ਤਾਂ ਇਹ ਆਵਾਜ਼ ਐਵੇਂ ਫਟੀ ਹੋਈ ਸੁਣਾਈ ਕਿਉਂ ਦਿੰਦੀ ਹੈ? ਕਿਉਂਕਿ ਇਹ ਕਿਸ਼ੋਰ ਅਵਸਥਾ ਦਾ ਆਰੰਭ ਹੈ। ਇਸ ਸਮੇਂ ਦੌਰਾਨ ਕੀ ਹੁੰਦਾ ਹੈ, ਜਿਹੜੀ ਆਪਣੇ ਕੰਠ ਪਟਾਰੀ ਹੈ ਉਹਦੇ ਵਿੱਚ ਵਾਧਾ ਸ਼ੁਰੂ ਹੋ ਜਾਂਦਾ ਹੈ। ਤਾਂ ਕੰਠ ਪਟਾਰੀ ਦੇ ਵਿੱਚ ਵਾਧਾ ਸ਼ੁਰੂ ਹੋਣ ਕਰਕੇ ਜਿਹੜੀ ਆਪਣੀ ਕੰਠ ਪਟਾਰੀ ਹੈ ਉਹ ਵਿਕਸਿਤ ਹੋ ਕੇ ਥੋੜ੍ਹੀ ਜਿਹੀ ਵੱਡੀ ਹੁੰਦੀ ਹੈ। ਅਤੇ ਤੁਸੀਂ ਆਪਣੇ ਗਰਦਨ 'ਤੇ ਹੱਥ ਲਾ ਕੇ ਦੇਖਿਆ ਹੋਏਗਾ, ਖਾਸ ਕਰਕੇ ਲੜਕਿਆਂ ਦੇ ਵਿੱਚ, ਤਾਂ ਉਹਨਾਂ ਨੂੰ ਗਰਦਨ ਦੇ ਇੱਕ ਹੱਡੀ ਅੱਗੇ ਨੂੰ ਉੱਭਰੀ ਹੋਈ ਦਿਖਾਈ ਦਿੰਦੀ ਹੁੰਦੀ ਹੈ। ਇਸ ਨੂੰ ਆਪਾਂ ਇੰਗਲਿਸ਼ ਐਡਮਜ਼ ਐਪਲ ਕਹਿੰਦੇ ਹਾਂ ਜਾਂ ਇਹਨੂੰ ਘਿੰਡੀ ਵੀ ਬੋਲ ਦਿੰਦੇ ਹਾਂ। ਤਾਂ ਇਸ ਕੰਠ ਪਟਾਰੀ ਦੇ ਕਾਰਨ ਜਿਹੜੀ ਆਵਾਜ਼ ਹੈ ਉਹ ਚੇਂਜ ਹੋ ਜਾਂਦੀ ਹੈ ਅਤੇ ਉਹਦੇ ਕਰਕੇ ਕਿ ਆਵਾਜ਼ ਫਟੀ ਹੋਈ ਹੋਣ ਲੱਗ ਜਾਂਦੀ ਹੈ। ਤਾਂ ਇਸ ਤੋਂ ਬਾਅਦ ਕੀ ਹੁੰਦਾ ਹੈ, ਜਦੋਂ ਇਹ ਆਵਾਜ਼ ਕੁਛ ਟਾਈਮ ਬਾਅਦ ਰਹਿੰਦੀ ਹੈ, ਮੁੰਡਿਆਂ ਦੀ ਆਵਾਜ਼ ਕੀ ਹੈ ਇਸ ਪ੍ਰਕਿਰਿਆ ਤੋਂ ਬਾਅਦ ਕੀ ਹੈ ਭਾਰੀ ਹੋ ਜਾਂਦੀ ਹੈ ਅਤੇ ਕੁੜੀਆਂ ਦੀ ਆਵਾਜ਼ ਜਿਹੜੀ ਹੈ ਇਸ ਤੋਂ ਬਾਅਦ ਕੀ ਹੈ ਪਤਲੀ ਅਤੇ ਸੁਰੀਲੀ ਹੋ ਜਾਂਦੀ ਹੈ। ਇਸੇ ਕਾਰਨ ਜਦੋਂ ਆਪਾਂ ਕਿਸ਼ੋਰ ਅਵਸਥਾ ਤੋਂ ਪਹਿਲਾਂ ਹੁੰਦੇ ਹਾਂ ਤਾਂ ਮੁੰਡੇ ਅਤੇ ਕੁੜੀਆਂ ਦੀ ਆਵਾਜ਼ 'ਚ ਜ਼ਿਆਦਾ ਫਰਕ ਨਹੀਂ ਪਤਾ ਚੱਲਦਾ, ਬਟ ਕਿਸ਼ੋਰ ਅਵਸਥਾ ਪੂਰੀ ਹੋਣ ਤੋਂ ਬਾਅਦ ਮੁੰਡਿਆਂ ਦੀ ਆਵਾਜ਼ ਭਾਰੀ ਅਤੇ ਕੁੜੀਆਂ ਦੀ ਆਵਾਜ਼ ਪਤਲੀ ਅਤੇ ਸੁਰੀਲੀ ਹੋਣ ਕਰਕੇ ਉਹਨਾਂ ਦੀ ਦੋਨਾਂ ਦੀ ਆਵਾਜ਼ ਵਿੱਚ ਅਚਾਨਕ ਆਪਾਂ ਆਸਾਨੀ ਨਾਲ ਫਰਕ ਪਤਾ ਕਰ ਸਕਦੇ ਹਾਂ। ਕੁਝ ਕੁ ਦਿਨ ਇਹ ਫਟੀ ਆਵਾਜ਼ ਰਹਿੰਦੀ ਹੈ, ਉਸ ਤੋਂ ਬਾਅਦ ਨੋਰਮਲ ਬਿਲਕੁਲ ਤੁਹਾਡੀ ਆਵਾਜ਼ ਸੈੱਟ ਹੋ ਜਾਂਦੀ ਹੈ। ਇਸ ਕਰਕੇ ਇਸ ਸਥਿਤੀ ਦੇ ਵਿੱਚ ਵੀ ਤੁਹਾਨੂੰ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ। ਤੁਸੀਂ ਆਪਣੀ ਆਵਾਜ਼ ਨੂੰ ਕੋਈ ਦਵਾਈ ਲੈਣ ਦੀ ਕੁਛ ਜ਼ਰੂਰਤ ਨਹੀਂ ਹੁੰਦੀ, ਆਪਣੇ ਆਪ ਤੁਹਾਡੀ ਆਵਾਜ਼ ਨੋਰਮਲ ਹੋ ਜਾਂਦੀ ਹੈ। ਠੀਕ ਹੈ ਬੱਚਿਓ। ਇਸ ਤੋਂ ਅਗਲਾ ਪੁਆਇੰਟ ਤਾਂ ਤੁਸੀਂ ਨੋਟ ਕੀਤਾ ਹੋਵੇਗਾ, ਪਸੀਨਾ ਬਹੁਤ ਜ਼ਿਆਦਾ ਆਉਣ ਲੱਗ ਜਾਂਦਾ ਹੈ। ਤਾਂ ਇਹ ਕੀ ਹੈ, ਅਗਲਾ ਪੁਆਇੰਟ ਹੈ ਪਸੀਨੇ ਅਤੇ ਤੇਲ ਗ੍ਰੰਥੀਆਂ ਦੀ ਕਿਰਿਆਸ਼ੀਲਤਾ ਵਿੱਚ ਵਾਧਾ। ਤਾਂ ਆਪਣੇ ਸਰੀਰ ਦੇ ਵਿੱਚ ਜਿਹੜੇ ਹਾਰਮੋਨਸ ਨੇ ਉਹਨਾਂ ਦੇ ਵਿੱਚ ਕੀ ਹੈ ਬਦਲਾਵ ਆਉਣੇ ਸ਼ੁਰੂ ਹੋ ਜਾਂਦੇ ਨੇ, ਜਿਸ ਕਾਰਨ ਕੀ ਹੈ ਲੜਕੀਆਂ ਅਤੇ ਲੜਕਿਆਂ ਦੋਨਾਂ ਦੇ ਵਿੱਚ ਕੀ ਹੈ ਉਹਨਾਂ ਨੂੰ ਪਸੀਨਾ ਬਹੁਤ ਜ਼ਿਆਦਾ ਆਉਣ ਲੱਗ ਜਾਂਦਾ ਹੈ। ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਸਕਿਨ ਜਿਹੜੀ ਚਮੜੀ ਹੈ ਉਹਦੇ ਵਿੱਚ ਕੀ ਤੇਲ ਲੱਗਦਾ, ਉਹਨਾਂ ਨੂੰ ਚਿਪਚਿਪਾਹਟ ਲੱਗਦੀ ਹੈ। ਤਾਂ ਇਹ ਸਾਰਾ ਕੀ ਹੈ ਆਪਣੀ ਜਿਹੜੀ ਗ੍ਰੰਥੀਆਂ ਦੀ ਕਿਰਿਆਸ਼ੀਲਤਾ ਵੱਧ ਜਾਂਦੀ ਹੈ, ਜਿਸ ਕਾਰਨ ਆਪਣੇ ਸਕਿਨ ਦੇ ਉੱਤੇ ਪਸੀਨਾ ਅਤੇ ਤੇਲ ਵਗੈਰਾ ਜ਼ਿਆਦਾ ਆਉਂਦੇ ਨੇ। ਅਤੇ ਕਈ ਵਾਰ ਤੁਸੀਂ ਕੀ ਦੇਖਿਆ ਹੋਵੇਗਾ, ਕਈਆਂ ਦੇ ਚਿਹਰੇ ਦੇ ਉੱਪਰ ਫਿੰਸੀਆਂ ਵਗੈਰਾ ਵੀ ਆਉਣ ਲੱਗ ਜਾਂਦੀਆਂ ਨੇ। ਤਾਂ ਇਹ ਫਿੰਸੀਆਂ ਆਉਣ ਨਾਲ ਕਈ ਵਾਰ ਕੀ ਹੈ ਕੁਛ ਬੱਚੇ ਘਬਰਾ ਜਾਂਦੇ ਨੇ ਕਿ ਫਿੰਸੀਆਂ ਆ ਗਈਆਂ, ਪਤਾ ਨਹੀਂ ਕੀ ਹੋਏਗਾ। ਖਾਸ ਕਰਕੇ ਲੜਕੀਆਂ 'ਚ ਕਹਿੰਦੇ ਨੇ ਉਹਨਾਂ ਦਾ ਫੇਸ ਖਰਾਬ ਹੋ ਜਾਏਗਾ। ਤਾਂ ਇਸ ਸਿਚੁਏਸ਼ਨ ਤੁਹਾਨੂੰ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਇਹ ਬਿਲਕੁਲ ਇੱਕ ਉਮਰ ਦਾ ਬਦਲਾਵ ਹੁੰਦਾ, ਕਿਸ਼ੋਰ ਅਵਸਥਾ ਹੁੰਦੀ ਹੈ, ਉਹਦੇ ਵਿੱਚ ਤੁਹਾਡਾ ਮਤਲਬ ਕਿ ਸਰੀਰ ਦੇ ਵਿੱਚ ਚੇਂਜਸ ਆਉਂਦੇ ਨੇ, ਤਾਂ ਤੁਹਾਡੇ ਫੋੜੇ ਫਿੰਸੀਆਂ ਹੁੰਦੇ ਨੇ। ਅਤੇ ਇਹ ਤੁਹਾਡੇ ਜਿਹੜੇ ਮੂੰਹ 'ਤੇ ਫਿੰਸੀਆਂ ਨੇ ਇਹ ਕੁੜੀਆਂ ਦੀ ਵੀ ਹੋ ਜਾਂਦੀਆਂ ਮੁੰਡਿਆਂ ਦੀ ਵੀ। ਇਹ ਕੁਛ ਟਾਈਮ ਬਾਅਦ ਆਪਣੇ ਆਪ ਨੋਰਮਲ ਹੋ ਜਾਂਦਾ ਹੈ।
ਤੇ ਇਸ 'ਚ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕੋਈ ਦਵਾਈ ਲੈਣ ਦੀ ਜ਼ਰੂਰਤ ਨਹੀਂ। ਦਵਾਈ ਨਾਲ ਕਈ ਵਾਰੀ ਕੋਈ ਨੁਕਸਾਨ ਹੋ ਜਾਂਦੇ ਨੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੁਸੀਂ ਆਪਣੇ ਆਪ ਕੀ ਹੈ ਆਪਣੀ ਬਦਲਾਵ 'ਤੇ ਧਿਆਨ ਦਿਓ। ਇਹ ਸਭ ਕੁਝ ਆਪਣੇ ਆਪ ਠੀਕ ਹੋ ਜਾਏਗਾ। ਹਾਂਜੀ ਬੱਚਿਓ, ਅੱਗੇ ਜੋ ਬਦਲਾਵ ਹੈ ਉਹ ਹੈਗਾ ਜਨਨ ਅੰਗਾਂ ਦਾ ਵਿਕਾਸ। ਕਿਸ਼ੋਰ ਅਵਸਥਾ ਵਿੱਚ ਜਦੋਂ ਤੁਸੀਂ ਪ੍ਰੌੜ ਅਵਸਥਾ ਵਿੱਚ ਦਾਖਲ ਹੁੰਦੇ ਹੋ ਤਾਂ ਸਭ ਤੋਂ ਮਹੱਤਵਪੂਰਨ ਜੋ ਬਦਲਾਵ ਹੁੰਦਾ ਹੈ ਉਹ ਹੁੰਦਾ ਜਨਨ ਅੰਗਾਂ ਦਾ ਵਿਕਾਸ। ਮਨੁੱਖ ਦੇ ਵਿੱਚ ਇਸਤਰੀ ਅਤੇ ਨਰ ਦੋਨਾਂ ਦੇ ਵਿੱਚ ਜਨਨ ਅੰਗ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਬਹੁਤ ਬਦਲਾਵ ਆਉਂਦਾ ਹੈ। ਨਰ ਦਾ ਜਨਨ ਅੰਗ ਜਿਵੇਂ ਕਿ ਪਤਾਲੂ ਅਤੇ ਇਸਤਰੀਆਂ ਦੇ ਵਿੱਚ ਨਰ ਅੰਗ ਜਿਵੇਂ ਕਿ ਅੰਡਕੋਸ਼, ਇਹਨਾਂ ਦੇ ਵਿੱਚ ਬਦਲਾਵ ਆਉਂਦੇ ਰਹਿੰਦੇ ਨੇ। ਨਰ ਦੇ ਜਨਨ ਅੰਗ ਪਤਾਲੂ ਅਤੇ ਨਰ ਇੰਦਰੀ ਜਿਹੜੀ ਹੁੰਦੀ ਹੈ ਉਹ ਪੂਰਨ ਰੂਪ ਵਿੱਚ ਵਿਕਸਿਤ ਹੋ ਜਾਂਦੇ ਨੇ ਅਤੇ ਉਹਨਾਂ ਦੇ ਵਿੱਚ ਸ਼ੁਕਰਾਣੂਆਂ ਵਗੈਰਾ ਦਾ ਉਤਪਾਦਨ ਵੀ ਸ਼ੁਰੂ ਹੋ ਜਾਂਦਾ ਹੈ। ਐਵੇਂ ਲੜਕੀਆਂ ਦੇ ਅੰਡਕੋਸ਼ ਦੇ ਆਕਾਰ ਵਿੱਚ ਵਾਧਾ ਹੋਣ ਦੇ ਨਾਲ ਨਾਲ ਉਸ ਵਿੱਚ ਅੰਡਾਣੂ ਬਣਨ ਲੱਗ ਜਾਂਦੇ ਹਨ ਅਤੇ ਇਹਨਾਂ ਜਿਹੜੇ ਮਨੁੱਖ ਦੇ ਵਿੱਚ ਨਰ ਦੇ ਵਿੱਚ ਸ਼ੁਕਰਾਣੂ ਨੇ ਉਹ ਬੱਚਾ ਜਨਨ ਪ੍ਰਕਿਰਿਆ ਪ੍ਰਜਨਨ ਕਿਰਿਆ ਦੇ ਕਾਬਲ ਬਣ ਜਾਂਦੇ ਨੇ ਅਤੇ ਐਵੇਂ ਇਸਤਰੀਆਂ ਦੇ ਵਿੱਚ ਅੰਡਕੋਸ਼ ਜਿਹੜਾ ਹੈ ਅੰਡਾਣੂ ਬਣਦੇ ਨੇ ਤਾਂ ਉਹਨਾਂ ਦੇ ਰਾਹੀਂ ਵੀ ਉਹ ਪ੍ਰਜਨਨ ਦੇ ਕਾਬਲ ਬਣ ਜਾਂਦੇ ਨੇ। ਇਹ ਤੁਸੀਂ ਪਿਛਲੇ ਚੈਪਟਰ ਵਿੱਚ ਪੜ੍ਹ ਹੀ ਚੁੱਕੇ ਹੋ ਕਿ ਜਦੋਂ ਸ਼ੁਕਰਾਣੂ ਅਤੇ ਅੰਡਾਣੂ ਦਾ ਮਾਦਾ ਦੇ ਸਰੀਰ ਦੇ ਅੰਦਰ ਮੇਲ ਹੁੰਦਾ ਹੈ ਤਾਂ ਉਸ ਤੋਂ ਕੀ ਹੈ ਪ੍ਰਜਨਨ ਨਿਸ਼ੇਚਨ ਪ੍ਰਕਿਰਿਆ ਹੁੰਦੀ ਹੈ ਅਤੇ ਪ੍ਰਜਨਨ ਦੇ ਕਾਬਲ ਹੋਣ ਦੇ ਕਰਕੇ ਨਿਸ਼ੇਚਨ ਪ੍ਰਕਿਰਿਆ ਤੋਂ ਅੱਗੇ ਗਰਭ ਠਹਿਰਦਾ ਹੈ ਜਿਸ ਤੋਂ ਅੱਗੇ ਬੱਚੇ ਦਾ ਨਿਰਮਾਣ ਹੁੰਦਾ ਹੈ। ਇਹ ਆਪਾਂ ਅੱਗੇ ਜਾ ਕੇ ਪੜ੍ਹਾਂਗੇ ਕਿ ਜਦੋਂ ਇਹ ਨਿਸ਼ੇਚਨ ਪ੍ਰਕਿਰਿਆ ਹੁੰਦੀ ਹੈ ਉਸ ਰਾਹੀਂ ਜਿਹੜਾ ਬੱਚੇ ਦਾ ਲਿੰਗ ਹੁੰਦਾ ਉਹ ਕਿਵੇਂ ਪਤਾ ਲੱਗਦਾ ਹੈ ਕਿ ਬੱਚਾ ਜੋ ਹੈ ਉਹ ਮੁੰਡਾ ਹੋਵੇਗਾ ਜਾਂ ਕੁੜੀ। ਇਸ ਦੇ ਬਾਰੇ ਵੀ ਆਪਾਂ ਵਿਗਿਆਨਕ ਤੌਰ 'ਤੇ ਤੁਹਾਨੂੰ ਦੱਸਾਂਗੇ। ਇਸ ਦੇ ਪਿੱਛੇ ਕੋਈ ਮਤਲਬ ਕਿ ਮਿੱਥ ਨਹੀਂ ਹੁੰਦੀ, ਕੋਈ ਕਹਾਣੀ ਨਹੀਂ ਹੁੰਦੀ ਕਿ ਮੁੰਡਾ ਕਿਉਂ ਹੁੰਦਾ ਕੁੜੀ ਕਿਉਂ ਹੁੰਦੀ ਹੈ। ਉਹ ਇੱਕ ਵਿਗਿਆਨਕ ਤਰੀਕਾ ਹੁੰਦਾ ਹੈ। ਉਸ ਦੇ ਬਾਰੇ ਤੁਹਾਨੂੰ ਆਪਾਂ ਅੱਗੇ ਜਾ ਕੇ ਦੱਸਾਂਗੇ ਇਸ ਟੌਪਿਕ 'ਤੇ ਅਗਲੇ ਟੌਪਿਕ ਦੇ ਵਿੱਚ ਸੰਤਾਨ ਨਿਰਧਾਰਤ ਵਾਲੇ 'ਚ। ਅਗਲਾ ਇਸ ਤੋਂ ਅਗਲਾ ਜੋ ਟੌਪਿਕ ਹੈ ਆਪਾਂ ਗਿਆ ਸੀਗਾ ਜੋ ਸੀਗਾ ਵਿਸ਼ਾ ਉਹ ਸੀਗਾ ਮਾਨਸਿਕ ਬੌਧਿਕ ਅਤੇ ਸੰਵੇਦਨਾਤਮਕ ਪ੍ਰੌੜਤਾ ਪ੍ਰਾਪਤ ਹੋਣਾ। ਤਾਂ ਜਿਵੇਂ ਹੁਣ ਤੱਕ ਆਪਾਂ ਗੱਲ ਕੀਤੀ ਸੀਗੀ ਕਿ ਸਰੀਰਕ ਤੌਰ 'ਤੇ ਅਲੱਗ-ਅਲੱਗ ਬਦਲਾਵ ਆਉਂਦੇ ਨੇ ਤਾਂ ਉਵੇਂ ਹੀ ਜੋ ਮਾਨਸਿਕ ਤੌਰ 'ਤੇ ਹੈ ਆਪਣੀ ਸੋਚਣ ਸ਼ਕਤੀ ਹੈ ਆਪਣੀ ਸਮਝ ਹੈ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਬਦਲਾਵ ਆਉਂਦੇ ਨੇ। ਆਪਾਂ ਕਾਬਲ ਬਣ ਜਾਂਦੇ ਹਾਂ ਕਿ ਆਪਾਂ ਚੀਜ਼ਾਂ ਨੂੰ ਆਸਾਨੀ ਨਾਲ ਸਮਝ ਸਕੀਏ, ਉਹਨਾਂ ਨੂੰ ਕਿਵੇਂ ਕੰਮ ਕਰਨਾ ਹੈ, ਕਿਸ ਤਰ੍ਹਾਂ ਆਪਣੇ ਆਪ ਤੋਂ ਕੰਮ ਲੈਣਾ, ਉਹਨਾਂ ਚੀਜ਼ਾਂ ਬਾਰੇ ਵੀ ਸੋਚ ਸਕੀਏ। ਤਾਂ ਕਿਸ਼ੋਰ ਅਵਸਥਾ ਵਿੱਚ ਕੀ ਹੈ ਬਚਪਨ ਦੇ ਨਾਲੋਂ ਆਪਾਂ ਆਪਣੇ ਆਪ ਨੂੰ ਵੱਧ ਕੇ ਸੁਤੰਤਰ ਸਮਝਣ ਲੱਗ ਜਾਂਦੇ ਹਾਂ। ਆਪਾਂ ਇਹ ਵੀ ਸੋਚਦੇ ਹਾਂ ਕਿ ਆਪਾਂ ਆਪਣੇ ਆਪ ਕੁਝ ਕੰਮਾਂ ਨੂੰ ਕਰ ਸਕਦੇ ਹਾਂ, ਆਪਾਂ ਨੂੰ ਦੂਜਿਆਂ ਤੋਂ ਮਦਦ ਲੈਣ ਦੀ ਜ਼ਰੂਰਤ ਨਹੀਂ ਹੈਗੀ। ਯਾਨੀ ਕਿ ਆਪਾਂ ਨੂੰ ਲੱਗਦਾ ਕਿ ਆਪਣਾ ਬੌਧਿਕ ਵਿਕਾਸ ਜ਼ਿਆਦਾ ਹੋ ਰਿਹਾ ਹੈ। ਇਹ ਅਸਲ 'ਚ ਮਾਨਸਿਕ ਅਤੇ ਬੌਧਿਕ ਤੌਰ 'ਤੇ ਵਿਕਾਸ ਵੀ ਸਰੀਰਕ ਵਿਕਾਸ ਦੇ ਨਾਲ ਹੀ ਹੁੰਦਾ ਹੈ। ਤਾਂ ਇਸ ਸਮੇਂ ਦੇ ਦੌਰਾਨ ਤੁਸੀਂ ਜਿੰਨੀਆਂ ਚੰਗੀਆਂ ਚੀਜ਼ਾਂ ਸਿੱਖ ਸਕਦੇ ਹੋ ਉਹ ਸਿੱਖ ਸਕਦੇ ਹੋ ਕਿਉਂਕਿ ਇਸ ਸਮੇਂ ਦੇ ਦੌਰਾਨ ਤੁਹਾਡੇ ਦਿਮਾਗ ਦੀ ਸੋਚਣ ਸ਼ਕਤੀ ਸਮਰੱਥਾ ਸਭ ਤੋਂ ਵੱਧਦੀ ਹੈ। ਇਸ ਕਰਕੇ ਤੁਸੀਂ ਜਿੰਨੇ ਆਪਣੇ ਸੁਚਾਰੂ ਕੰਮਾਂ ਵੱਲ ਚੰਗੇ ਕੰਮਾਂ ਵੱਲ ਆਪਣਾ ਧਿਆਨ ਲਗਾਓਗੇ ਓਨਾ ਹੀ ਤੁਸੀਂ ਵੱਧ ਚੀਜ਼ਾਂ ਨੂੰ ਸਿੱਖ ਸਕੋਗੇ। ਤਾਂ ਇਹਨਾਂ ਮਾਨਸਿਕ ਪਰਿਵਰਤਨਾਂ ਦੇ ਕਰਕੇ ਕਈ ਵਾਰ ਤੁਹਾਨੂੰ ਆਪਣੇ ਆਪ ਨੂੰ ਘਬਰਾਹਟ ਅਸੁਰੱਖਿਅਤ ਵੀ ਫੀਲ ਹੁੰਦਾ ਹੈ। ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਮਤਲਬ ਕਿ ਕੋਈ ਸਮਝ ਨਹੀਂ ਪਾ ਰਿਹਾ। ਤਾਂ ਇਹਨਾਂ ਸਮੇਂ ਦੇ ਦੌਰਾਨ ਤੁਹਾਨੂੰ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ, ਤੁਹਾਨੂੰ ਅਸੁਰੱਖਿਅਤ ਕਰਨ ਦੀ ਬਿਲਕੁਲ ਮਦਦ ਨਹੀਂ ਹੁੰਦੀ। ਇਹ ਕੁਦਰਤੀ ਸਾਰੇ ਬਦਲਾਵ ਨੇ, ਸਰੀਰਕ ਤੌਰ 'ਤੇ ਜੋ ਬਦਲਾਵ ਆ ਰਹੇ ਨੇ, ਮਾਨਸਿਕ ਤੌਰ 'ਤੇ ਬਦਲਾਵ ਆ ਰਹੇ ਨੇ। ਇਸ ਸਮੇਂ ਦੇ ਦੌਰਾਨ ਤੁਹਾਨੂੰ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ। ਤੁਸੀਂ ਆਪਣੇ ਮਾਤਾ ਪਿਤਾ ਆਪਣੇ ਅਧਿਆਪਕਾਂ ਨਾਲ ਇਸ ਸਮੇਂ ਦੌਰਾਨ ਸਲਾਹ ਮਸ਼ਵਰਾ ਕਰ ਸਕਦੇ ਹੋ। ਉਹ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਸਮਝਾ ਸਕਦੇ ਨੇ ਕਿ ਤੁਹਾਡੇ ਬਦਲਾਵ ਕਿਉਂ ਆ ਰਹੇ ਨੇ। ਕਈ ਵਾਰ ਬੱਚੇ 'ਚ ਕੀ ਹੈ ਚਿੜਚਿੜਾਪਨ ਆ ਜਾਂਦਾ ਹੈ ਤਾਂ ਤੁਸੀਂ ਇਹ ਨਾ ਸੋਚੋ ਕਿ ਮੇਰਾ ਸੁਭਾਅ ਐਵੇਂ ਦਾ ਚਿੜਚਿੜਾ ਕਿਉਂ ਹੋ ਰਿਹਾ ਹੈ, ਵੀ ਇਹਨਾਂ ਚਿੜਚਿੜੇਪਨ ਕਰਕੇ ਪਤਾ ਨਹੀਂ ਮੇਰੇ ਨਾਲ ਹੀ ਇਹ ਸਭ ਕੁਝ ਹੋ ਰਿਹਾ। ਤਾਂ ਬੱਚੇ ਜਿਵੇਂ ਆਪਾਂ ਪਹਿਲਾਂ ਦੱਸ ਚੁੱਕੇ ਕੁਦਰਤੀ ਵਰਤਾਰਾ ਹੈ ਅਤੇ ਇਸ ਸਮੇਂ ਦੌਰਾਨ ਇਹ ਚੀਜ਼ਾਂ ਹੋਣੀਆਂ ਆਮ ਜੀ ਗੱਲ ਨੇ। ਇਸ ਸਮੇਂ ਦਾ ਇਹ ਕੋਈ ਵੀ ਐਵੇਂ ਦਾ ਨਹੀਂ ਹੈਗਾ ਕਿ ਤੁਹਾਨੂੰ ਹੀ ਇਹ ਕੁਝ ਹੋ ਰਿਹਾ। ਬਸ ਜ਼ਰੂਰਤ ਹੈ ਤੁਹਾਨੂੰ ਆਪਣੇ ਆਪ ਨੂੰ ਸਮਝਣ ਦੀ ਅਤੇ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਣੇ ਆਪ ਦੇ ਵਿੱਚ ਢਾਲਣ ਦੀ। ਇਸ ਕਰਕੇ ਤੁਸੀਂ ਸਾਰੇ ਬੱਚੇ ਇਹਨਾਂ ਚੀਜ਼ਾਂ ਨੂੰ ਧਿਆਨ ਨਾਲ ਕਰਿਓ ਅਤੇ ਧਿਆਨ ਨਾਲ ਮਤਲਬ ਕਿ ਇਸ ਸਮੇਂ ਦੇ ਦੌਰਾਨ ਆਪਣੇ ਤੋਂ ਵੱਡਿਆਂ ਦੀ ਗਾਈਡੈਂਸ ਲੈ ਕੇ ਉਹਨਾਂ ਦੀ ਅਗਵਾਈ ਦੇ ਵਿੱਚ ਤੁਸੀਂ ਇਸ ਸਮੇਂ ਦੇ ਵਿੱਚੋਂ ਨਿਕਲ ਸਕਦੇ ਹੋ। ਤਾਂ ਇਸ ਦੇ ਹੀ ਸੰਦਰਭ ਵਿੱਚ ਅੱਗੇ ਆਪਾਂ ਪੜ੍ਹਾਂਗੇ ਸੈਕੰਡਰੀ ਲਿੰਗੀ ਲੱਛਣ। ਤਾਂ ਜੋ ਚੇਂਜਸ ਆਪਾਂ ਪਹਿਲਾਂ ਪੜ੍ਹੇ ਸੀਗੇ ਉਹ ਸੀਗੇ ਪ੍ਰਾਇਮਰੀ ਲੱਛਣ ਜਿਨ੍ਹਾਂ ਦੇ ਵਿੱਚ ਚੇਂਜਸ ਆਉਂਦੇ ਸੀਗੇ। ਹੁਣ ਜੋ ਸੈਕੰਡਰੀ ਲਿੰਗੀ ਲੱਛਣ ਨੇ ਜਿਵੇਂ ਕਿ ਆਪਾਂ ਕਹਿੰਦੇ ਹਾਂ ਪਤਾਲੂ ਅਤੇ
ਅੰਡਕੋਸ਼ ਜਨਨ ਅੰਗ ਜਿਹੜੇ ਨੇ ਉਹ ਪ੍ਰੋਪਰ ਵਿਕਸਿਤ ਹੋ ਜਾਂਦੇ ਨੇ। ਤਾਂ ਇਹ ਜਿਹੜੇ ਨੇ ਇਹ ਕਿਉਂ ਹੁੰਦੇ ਨੇ, ਕਿਸ ਕਾਰਨ ਹੁੰਦੇ ਨੇ, ਉਸ ਦੇ ਬਾਰੇ ਆਪਾਂ ਪੜ੍ਹਾਂਗੇ। ਜਿਵੇਂ ਆਪਾਂ ਗੱਲ ਕੀਤੀ ਸੀਗੀ, ਅਤੇ ਨਰ ਦੇ ਪਤਾਲੂ ਜਿਹੜੇ ਹੁੰਦੇ ਨੇ ਉਹ ਸ਼ੁਕਰਾਣੂ ਪੈਦਾ ਕਰਨ ਦੇ ਸਮਰੱਥ ਹੋ ਜਾਂਦੇ ਨੇ, ਅਤੇ ਇਸਤਰੀ ਦੇ ਜਿਹੜੇ ਅੰਡਕੋਸ਼ ਨੇ ਉਹ ਅੰਡਾਂ ਨੂੰ ਪੈਦਾ ਕਰਦੇ ਨੇ। ਤਾਂ ਇਹਨਾਂ ਦੇ ਕਰਕੇ ਹੀ ਲੜਕਿਆਂ ਦੇ ਵਿੱਚ ਜਿਹੜੇ ਹੁੰਦੇ ਨੇ ਉਹਨਾਂ ਦੇ ਮੂੰਹ 'ਤੇ ਦਾੜੀ ਮੁੱਛਾਂ ਆਉਣ ਲੱਗ ਜਾਂਦੀਆਂ ਨੇ, ਅਤੇ ਜਿਵੇਂ ਲੜਕੀਆਂ ਨੇ, ਲੜਕੀਆਂ ਦੇ ਚਿਹਰਿਆਂ ਦੇ ਉੱਪਰ ਕੀ ਹੈ, ਫਿੰਸੀਆਂ ਵਗੈਰਾ ਹੋ ਜਾਂਦੀਆਂ ਨੇ, ਉਹਨਾਂ ਦੀਆਂ ਛਾਤੀਆਂ ਦਾ ਆਕਾਰ ਵੱਡਾ ਹੋਣ ਲੱਗ ਜਾਂਦਾ ਹੈ। ਇਹਨਾਂ ਸਾਰਿਆਂ ਨੂੰ ਆਪਾਂ ਜਿਹੜੇ ਬਦਲਾਵ ਆਉਂਦੇ ਨੇ ਇਹਨਾਂ ਨੂੰ ਆਪਾਂ ਬੋਲਦੇ ਹਾਂ ਸੈਕੰਡਰੀ ਲਿੰਗੀ ਲੱਛਣ। ਤਾਂ ਇਹ ਜਿਹੜੇ ਵਾਲ ਨੇ ਇਹ ਤੁਹਾਡੇ ਜਿਵੇਂ ਲੜਕਿਆਂ ਦੇ ਮੂੰਹ 'ਤੇ ਦਾੜੀ ਮੁੱਛਾਂ ਆਉਂਦੀਆਂ ਨੇ, ਅਤੇ ਲੜਕੀਆਂ ਅਤੇ ਲੜਕਿਆਂ ਦੋਨਾਂ ਦੇ ਕੱਛਾਂ 'ਤੇ ਪੱਟਾਂ ਤੋਂ ਉੱਪਰ ਵਾਲੇ ਹਿੱਸੇ ਯਾਨੀ ਕਿ ਜਿਹਨਾਂ ਨੂੰ ਆਪਾਂ ਜਨਨ ਅੰਗ ਬੋਲਦੇ ਹਾਂ ਉਹਨਾਂ ਹਿੱਸਿਆਂ ਦੇ ਵਿੱਚ ਵੀ ਵਾਲ ਵਗੈਰਾ ਆਉਣ ਲੱਗ ਜਾਂਦੇ ਨੇ। ਇਹਨਾਂ ਨੂੰ ਆਪਾਂ ਬੋਲਦੇ ਹਾਂ ਪਿਊਬਿਕ ਖੇਤਰ। ਤਾਂ ਇਹ ਸਾਰੇ ਜਿਹੜੇ ਬਦਲਾਵ ਹੁੰਦੇ ਨੇ ਇਹ ਹੁੰਦੇ ਨੇ ਸੈਕੰਡਰੀ ਲਿੰਗੀ ਲੱਛਣਾਂ ਕਰਕੇ। ਇਹ ਜਿਹੜੇ ਜਨਨ ਅੰਗ ਵਿਕਸਿਤ ਹੋਣ ਦੇ ਨਾਲ ਹੀ ਇਹ ਬਦਲਾਵ ਆਉਣੇ ਸ਼ੁਰੂ ਹੋ ਜਾਂਦੇ ਨੇ। ਇਹਨਾਂ ਸਾਰੇ ਲੱਛਣਾਂ ਨੂੰ ਆਪਾਂ ਸੈਕੰਡਰੀ ਲਿੰਗੀ ਲੱਛਣ ਬੋਲਦੇ ਹਾਂ, ਕਿਉਂਕਿ ਜੋ ਆਪਣੇ ਪਹਿਲਾਂ ਵਾਲੇ ਪ੍ਰਾਇਮਰੀ ਲਿੰਗੀ ਲੱਛਣ ਸੀਗੇ ਉਹ ਸਾਰਿਆਂ 'ਚ ਸੇਮ ਹੁੰਦੇ ਨੇ। ਜਿਵੇਂ ਆਵਾਜ਼ ਵਿੱਚ ਪਰਿਵਰਤਨ ਹੋ ਗਿਆ, ਸਰੀਰ ਦੇ ਵਿੱਚ ਵਾਧਾ ਆ ਗਿਆ, ਬੌਧਿਕ ਅਤੇ ਮਾਨਸਿਕ ਸਥਿਤੀ ਵਿੱਚ ਵਾਧਾ ਆ ਗਿਆ, ਉਹ ਸਾਰੇ ਮਤਲਬ ਕਿ ਸਾਰੇ ਸਮਾਨ ਹੋ ਰਹੇ ਨੇ। ਪਰ ਇਹਦੇ ਵਿੱਚ ਕੀ ਹੁੰਦਾ ਹੈ, ਲੜਕਿਆਂ ਦੇ ਵਿੱਚ ਕੀ ਹੈ, ਦਾੜੀ ਮੁੱਛਾਂ ਆਉਂਦੀਆਂ ਨੇ, ਲੜਕੀਆਂ ਦੇ ਵਿੱਚ ਨਹੀਂ ਆਉਂਦੀਆਂ। ਲੜਕਿਆਂ ਦੇ ਮੋਢੇ ਚੌੜੇ ਹੁੰਦੇ ਨੇ, ਲੜਕੀਆਂ ਦੇ ਛਾਤੀ ਦਾ ਆਕਾਰ ਵੱਧ ਜਾਂਦਾ ਹੈ। ਤਾਂ ਇਸ ਤਰ੍ਹਾਂ ਇਹਨਾਂ ਦੇ ਵਿੱਚ ਕੀ ਹੈ, ਲੜਕੇ ਅਤੇ ਲੜਕੀ ਦਾ ਫਰਕ ਪਤਾ ਲੱਗਣ ਲੱਗ ਜਾਂਦਾ ਹੈ। ਤਾਂ ਇਸੇ ਕਰਕੇ ਹੀ ਇਹਨਾਂ ਨੂੰ ਬੋਲਦੇ ਹਾਂ ਆਪਾਂ ਸੈਕੰਡਰੀ ਲਿੰਗੀ ਲੱਛਣ, ਕਿਉਂਕਿ ਇਹ ਦੋਨਾਂ ਦੇ ਵਿੱਚ ਕੀ ਹੈ ਫਰਕ ਦਰਸਾਉਂਦੇ ਨੇ, ਅਤੇ ਮੁੰਡੇ ਕੁੜੀ ਦੇ ਵਿੱਚ ਕੀ ਹੈ ਆਪਾਂ ਨੂੰ ਅੰਤਰ ਪਤਾ ਲੱਗਣ ਲੱਗ ਜਾਂਦਾ ਹੈ। ਕਿਸ਼ੋਰ ਅਵਸਥਾ ਦੇ ਵਿੱਚ ਜਿਹੜੇ ਵੀ ਪਰਿਵਰਤਨ ਹੁੰਦੇ ਨੇ ਇਹ ਸਾਰੇ ਪਰਿਵਰਤਨ ਕਿ ਹਾਰਮੋਨਸ ਦੁਆਰਾ ਨਿਯੰਤਰਣ ਹੁੰਦੇ ਨੇ, ਜਾਣੀ ਕਿ ਹਾਰਮੋਨਸ ਹੀ ਕੰਟਰੋਲ ਕਰਦੇ ਨੇ। ਹਾਰਮੋਨਸ ਕਈ ਜਿਹੜੀਆਂ ਆਪਣੇ ਅੰਦਰ ਰਸਾਵੀ ਗ੍ਰੰਥੀਆਂ ਹੁੰਦੀਆਂ ਨੇ ਉਹ ਕਈ ਰਸਾਵ ਛੱਡਦੀਆਂ ਨੇ, ਤਾਂ ਇਹਨਾਂ ਰਸਾਵਾਂ ਦੇ ਕਰਕੇ ਹੀ ਆਪਣੇ ਸਰੀਰ ਦੇ ਵਿੱਚ ਚੇਂਜਸ ਆਉਣੇ ਸ਼ੁਰੂ ਹੁੰਦੇ ਨੇ। ਜਿਵੇਂ ਜਵਾਨੀ ਸ਼ੁਰੂ ਹੁੰਦੀ ਹੈ ਤਾਂ ਪੁਰਸ਼ ਦੇ ਵਿੱਚ ਕਿ ਪਤਾਲੂ ਦੇ ਵਿੱਚ ਕੀ ਹੈ, ਪਤਾਲੂ ਹਾਰਮੋਨ ਜਿਸ ਨੂੰ ਬੋਲਦੇ ਪਤਾਲੂ ਪੁਰਸ਼ ਹਾਰਮੋਨ, ਜਾਂ ਆਪਾਂ ਜਿਹਨੂੰ ਬੋਲਦੇ ਟੈਸਟੋਸਟੈਰੋਨ, ਉਹਦਾ ਰਿਸਾਓ ਹੋਣਾ ਸ਼ੁਰੂ ਹੋ ਜਾਂਦਾ ਹੈ। ਤਾਂ ਇਹ ਰਿਸਾਓ ਦੇ ਕਾਰਨ ਹੀ ਕੀ ਹੈ ਲੜਕਿਆਂ ਦੇ ਵਿੱਚ ਬਹੁਤ ਸਾਰਾ ਚੇਂਜਸ ਆਉਂਦੇ ਨੇ, ਉਹਨਾਂ ਦੇ ਮੂੰਹ 'ਤੇ ਕੱਛਾਂ ਦੇ ਵਿੱਚ ਜਾਂ ਹੋਰ ਸਰੀਰ ਦੇ ਅੰਗਾਂ ਦੇ ਵਿੱਚ, ਛਾਤੀ ਦੇ ਵਿੱਚ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ। ਐਵੇਂ ਹੀ ਇਸਤਰੀ ਦੇ ਵਿੱਚ ਕੀ ਹੁੰਦਾ ਹੈ, ਜਦੋਂ ਉਹਨਾਂ ਦਾ ਜੋਬਨ ਆਰੰਭ ਹੁੰਦਾ ਹੈ ਤਾਂ ਅੰਡਕੋਸ਼ ਦੇ ਵਿੱਚ ਕੀ ਹੈ ਇੱਕ ਅੰਡਕੋਸ਼ ਇਸਤਰੀ ਹਾਰਮੋਨ ਜਾਂ ਜਿਹਨੂੰ ਐਸਟ੍ਰੋਜਨ ਬੋਲਦੇ ਹਾਂ ਉਹਦਾ ਉਤਪਾਦਨ ਸ਼ੁਰੂ ਹੋ ਜਾਂਦਾ ਹੈ। ਅਤੇ ਇਸ ਹਾਰਮੋਨ ਦੇ ਕਰਕੇ ਹੀ ਉਹਨਾਂ ਦੇ ਕੀ ਹੈ ਛਾਤੀਆਂ ਦਾ ਆਕਾਰ ਵੱਧ ਜਾਂਦਾ ਹੈ, ਅਤੇ ਛਾਤੀਆਂ ਦੇ ਅੰਦਰ ਕੀ ਹੈ ਦੁੱਧ ਰਸਾਵੀ ਗ੍ਰੰਥੀਆਂ ਵੀ ਵਿਕਸਿਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਇਹਨਾਂ ਹਾਰਮੋਨਸ ਦੇ ਕਰਕੇ ਹੀ ਜਿਹੜੇ ਸਾਰੇ ਚੇਂਜਸ ਬੋਡੀ ਦੇ ਵਿੱਚ ਆਉਂਦੇ ਨੇ, ਅਤੇ ਇਹੀ ਹਾਰਮੋਨਸ ਉਹਨਾਂ ਸਾਰੇ ਪਰਿਵਰਤਨਾਂ ਨੂੰ ਕੀ ਹੈ ਕੰਟਰੋਲ ਕਰਦੇ ਨੇ, ਨਿਯੰਤਰਣ ਕਰਦੇ ਨੇ। ਤਾਂ ਜਿਹੜੇ ਇਹ ਹਾਰਮੋਨਸ ਚੇਂਜਸ ਆਉਂਦੇ ਨੇ ਇਹਨਾਂ ਨੂੰ ਜਿਹੜੀ ਗ੍ਰੰਥੀ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ ਉਸ ਗ੍ਰੰਥੀ ਨੂੰ ਆਪਾਂ ਬੋਲਦੇ ਹਾਂ ਪਿਚੁਇਟਰੀ ਗ੍ਰੰਥੀ, ਜਾਂ ਆਪਾਂ ਸਿੰਪਲ ਪੰਜਾਬੀ 'ਚ ਬੋਲ ਦਿੰਦੇ ਹਾਂ ਪਿਊਸ਼ ਗ੍ਰੰਥੀ। ਤਾਂ ਇਸ ਗ੍ਰੰਥੀ ਦੇ ਕਰਕੇ ਹੀ ਇਹਨਾਂ ਹਾਰਮੋਨ ਦਾ ਰਿਸਾਵ ਹੁੰਦਾ ਹੈ, ਅਤੇ ਜਿਹਦੇ ਕਰਕੇ ਸਾਰਾ ਕੁਛ ਚੇਂਜਸ ਆਉਣ ਲੱਗ ਜਾਂਦੇ ਨੇ। ਜਿਹੜੀ ਇਹ ਪ੍ਰਜਨਨ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਇਹਦੇ ਵਿੱਚ ਹਾਰਮੋਨਸ ਦੀ ਭੂਮਿਕਾ ਕੀ ਹੁੰਦੀ ਹੈ, ਇਹਦੇ ਬਾਰੇ ਪੜ੍ਹਾਂਗੇ ਆਪਾਂ। ਹਾਰਮੋਨਸ ਕੀ ਹੈ, ਜਿਹੜੀ ਅੰਦਰ ਰਸਾਵੀ ਗ੍ਰੰਥੀਆਂ ਹੁੰਦੀਆਂ ਨੇ ਇਹ ਹਾਰਮੋਨ ਨੂੰ ਸਿੱਧੇ ਆਪਣੇ ਲਹੂ ਦੇ ਵਿੱਚ ਛੱਡਦੀਆਂ ਨੇ, ਵਿਸਰਜਿਤ ਕਰਦੀਆਂ ਨੇ ਕਹਿ ਲਓ। ਤਾਂ ਜਿਹਦੇ ਨਾਲ ਕੀ ਹੁੰਦਾ ਹੈ, ਅਤੇ ਲਹੂ ਦੇ ਵਿੱਚ ਵਿਸਰਜਿਤ ਹੋਣ ਤੋਂ ਬਾਅਦ ਇਹ ਸਾਰੀਆਂ ਜਿਹੜੇ ਨੇ ਆਪਣੇ ਸਰੀਰ ਦੇ ਇੱਕ ਖਾਸ ਅੰਗ ਤੱਕ ਕਹਿ ਲਓ, ਜਾਂ ਜਿਹੜੇ ਟੀਚੇ ਤੱਕ, ਨਿਸ਼ਾਨੇ ਤੱਕ ਇਹਨਾਂ ਨੇ ਪਹੁੰਚਣਾ ਹੁੰਦਾ ਉੱਥੇ ਪਹੁੰਚਦੇ ਨੇ। ਤਾਂ ਉੱਥੇ ਜਾ ਕੇ ਕੀ ਹੁੰਦਾ ਇਹਨਾਂ ਦਾ, ਇਹ ਆਪਣੀ ਪ੍ਰਤੀਕਿਰਿਆ ਕਰਦੇ ਨੇ, ਜੋ ਵੀ ਇਹਨਾਂ ਦਾ ਕੰਮ ਹੁੰਦਾ ਹਾਰਮੋਨਸ ਦਾ, ਇਹ ਫਿਰ ਉਸ ਜਗ੍ਹਾ 'ਤੇ ਪਹੁੰਚ ਕੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਨੇ। ਆਪਣੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਅੰਦਰ ਰਸਾਵੀ ਗ੍ਰੰਥੀਆਂ ਹੁੰਦੀਆਂ ਨੇ, ਅਤੇ ਇਹ ਸਾਰੀਆਂ ਅੰਦਰ ਰਸਾਵੀ ਗ੍ਰੰਥੀਆਂ ਜੋ ਹਾਰਮੋਨ ਛੱਡਦੀਆਂ ਉਹਨਾਂ ਸਾਰਿਆਂ ਦੇ ਅਲੱਗ-ਅਲੱਗ ਕੰਮ ਹੁੰਦੇ ਨੇ। ਐਵੇਂ ਆਪਣੇ ਸਰੀਰ ਦੇ ਵਿੱਚ ਜਿਹੜੇ ਪਤਾਲੂ ਅਤੇ ਅੰਡਕੋਸ਼ ਹੁੰਦੇ ਨੇ ਉਹ ਲਿੰਗੀ ਹਾਰਮੋਨਸ ਪੈਦਾ ਕਰ ਦਿੰਦੇ ਨੇ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਆਪਣੇ ਸੈਕੰਡਰੀ ਲਿੰਗੀ ਲੱਛਣ ਨੇ ਇਹਨਾਂ ਨੂੰ ਆਪਾਂ ਲਿੰਗੀ ਹਾਰਮੋਨਸ ਵੀ ਕਹਿ ਦਿੰਦੇ ਹਾਂ। ਜਿਹੜੇ ਇਹ ਲਿੰਗੀ ਹਾਰਮੋਨਸ ਹੁੰਦੇ ਨੇ ਇਹ ਸਾਰੇ ਪਿਚੁਇਟਰੀ ਗ੍ਰੰਥੀ ਦੁਆਰਾ ਛੱਡੇ ਜਾਂਦੇ ਨੇ। ਪਿਚੁਇਟਰੀ ਗ੍ਰੰਥੀ ਜਿਹੜੀ ਹੁੰਦੀ ਹੈ ਉਹ ਸਰੀਰ ਦੇ ਵਿੱਚ ਬਹੁਤ ਸਾਰੇ, ਜਿਵੇਂ ਆਪਾਂ ਪਹਿਲਾਂ ਪੜ੍ਹਿਆ ਕਿ ਹਾਰਮੋਨਸ ਦਾ ਰਿਸਾਵ ਕਰਦੀ ਹੈ, ਉਹਨਾਂ ਵਿੱਚੋਂ ਅੰਡਕੋਸ਼ ਵਿੱਚ ਅੰਡਾਣੂ, ਅਤੇ ਪਤਾਲੂ ਵਿੱਚ ਸ਼ੁਕਰਾਣੂ,
ਤੇ ਪੈਦਾ ਹੋਣ ਨੂੰ ਵੀ ਇਹੀ ਹਾਰਮੋਨਸ ਕੰਟਰੋਲ ਕਰਦੇ ਨੇ। ਜਿਹੜੀਆਂ ਇਹ ਵਾਲੇ ਹਾਰਮੋਨਸ ਨੇ, ਇਹਨਾਂ ਨਾਲ ਹੀ ਨਰ ਅਤੇ ਮਾਦਾ ਦੇ ਵਿੱਚ ਫਰਕ ਪਤਾ ਲੱਗਦਾ ਹੈ। ਇਸ ਕਰਕੇ ਇਹਨਾਂ ਨੂੰ ਆਮ ਤੌਰ 'ਤੇ ਲਿੰਗੀ ਹਾਰਮੋਨਸ ਵੀ ਬੋਲ ਦਿੰਦੇ ਨੇ, ਕਿਉਂਕਿ ਕੁੜੀਆਂ ਅਤੇ ਮੁੰਡਿਆਂ ਦਾ ਆਪਸ ਦੇ ਵਿੱਚ ਫਰਕ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਮਨੁੱਖ ਵਿੱਚ ਜਨਨ ਕਾਲ ਦਾ ਸਮਾਂ, ਕਿ ਮਨੁੱਖ ਦੇ ਵਿੱਚ ਜਨਨ ਕਾਲ ਦਾ ਸਮਾਂ ਕਿੰਨਾ ਹੁੰਦਾ ਹੈ। ਤਾਂ ਕਿਸ਼ੋਰ ਅਵਸਥਾ ਦੇ ਵਿੱਚ ਪਤਾਲੂ ਅਤੇ ਅੰਡਕੋਸ਼ ਜਿਹੜੇ ਹੁੰਦੇ ਨੇ ਉਹ ਆਪਣੇ ਯੁਗਮਕ ਉਤਪੰਨ ਕਰਨਾ ਸ਼ੁਰੂ ਕਰ ਦਿੰਦੇ ਨੇ। ਯਾਨੀ ਕਿ ਜਦੋਂ ਆਪਣਾ ਸ਼ੁਕਰਾਣੂ ਅਤੇ ਅੰਡਾਣੂ ਮਿਲਦੇ ਨੇ ਤਾਂ ਨਿਸ਼ੇਚਨ ਪ੍ਰਕਿਰਿਆ ਹੁੰਦੀ ਹੈ, ਜਿਸ ਨਾਲ ਕੀ ਹੈ ਯੁਗਮਜ ਬਣਦਾ ਹੈ। ਪਰ ਹੁਣ ਇਹ ਜਿਹੜੀ ਸਮਰੱਥਾ ਹੈ ਪੁਰਸ਼ਾਂ 'ਚ ਜ਼ਿਆਦਾ ਸਮਾਂ ਤੱਕ ਰਹਿੰਦੀ ਹੈ, ਔਰਤਾਂ 'ਚ ਜ਼ਿਆਦਾ ਸਮਾਂ ਨਹੀਂ ਰਹਿੰਦੀ। ਪੁਰਸ਼ਾਂ 'ਚ ਕਹਿ ਲਓ ਵੀ ਮਤਲਬ ਕਿ ਇਸਤਰੀਆਂ ਨਾਲੋਂ ਇਹ ਕਾਫੀ ਸਮਾਂ ਬਾਅਦ ਤੱਕ ਵੀ ਚੱਲਦੀ ਰਹਿੰਦੀ ਹੈ। ਇਸਤਰੀਆਂ ਵਿੱਚ ਜਿਹੜੀ ਜਨਨ ਦੀ ਸ਼ੁਰੂਆਤ ਹੁੰਦੀ ਹੈ ਉਹ ਆਮ ਤੌਰ 'ਤੇ 10 ਤੋਂ 12 ਸਾਲ ਦੀ ਉਮਰ ਤੋਂ ਆਰੰਭ ਹੋ ਜਾਂਦੀ ਹੈ ਅਤੇ ਇਹ 45-50 ਸਾਲ ਤੱਕ ਚੱਲਦੀ ਰਹਿੰਦੀ ਹੈ। ਕੁਝ ਕੁ ਕੇਸਾਂ 'ਚ 50 ਸਾਲ ਤੋਂ ਬਾਅਦ ਵੀ ਹੁੰਦੀ ਹੈ, ਪਰ ਜ਼ਿਆਦਾਤਰ ਆਪਾਂ ਮੰਨ ਕੇ ਚੱਲਦੇ ਹਾਂ ਕਿ 45-50 ਸਾਲ ਉਮਰ ਤੱਕ ਜਿਹੜੀ ਹੈ ਜਨਨ ਅੰਗ ਵਿਕਸਿਤ ਰਹਿੰਦੇ ਨੇ ਉਹਨਾਂ ਦੇ, ਯਾਨੀ ਕਿ ਉਹ ਪ੍ਰਜਨਨ ਦੇ ਸਮਰੱਥ ਰਹਿੰਦੇ ਨੇ। ਜਿਹੜੀ ਜੋਬਨ ਦੀ ਸ਼ੁਰੂਆਤੀ ਅਵਸਥਾ ਹੁੰਦੀ ਹੈ ਉਸ ਦੇ ਵਿੱਚ ਅੰਡਾਣੂ ਵਿਕਸਿਤ ਹੋ ਜਾਂਦੇ ਨੇ। ਅੰਡਾਣੂ ਜਿਹੜੇ ਹੁੰਦੇ ਨੇ ਉਹ ਅੰਡਕੋਸ਼ ਦੇ ਵਿੱਚ ਵਿਕਸਿਤ ਹੁੰਦੇ ਨੇ ਅਤੇ ਲਗਭਗ 28 ਤੋਂ 30 ਦਿਨ ਦੇ ਵਿੱਚ ਕੀ ਹੁੰਦਾ, ਅੰਡਕੋਸ਼ ਇੱਕ ਅੰਡਾਣੂ ਕੀ ਹੈ ਉਤਸਰਜਿਤ ਕਰਦਾ ਹੈ, ਪੈਦਾ ਕਰਦਾ ਹੈ। ਅਤੇ ਜਿਹੜੀ ਆਪਣੀ ਬੱਚੇਦਾਨੀ ਹੁੰਦੀ ਹੈ, ਗਰਭਕੋਸ਼ ਦੀ ਹੁੰਦੀ ਹੈ, ਉਸ ਦੇ ਵਿੱਚ ਬਹੁਤ ਸਾਰੀਆਂ ਵਹਿਣੀਆਂ ਕੀ ਹੈ ਇਸ ਸਮੇਂ ਵਿੱਚ ਕੀ ਹੈ ਸੰਚਾਰ ਹੋਣ ਲੱਗ ਜਾਂਦਾ, ਯਾਨੀ ਕਿ ਜਿਹੜੀ ਰਕਤ ਦੀ ਮਾਤਰਾ ਹੈ ਉਹਨਾਂ ਦਾ ਸੰਚਾਰ ਕੀ ਜ਼ਿਆਦਾ ਹੋਣ ਲੱਗ ਜਾਂਦਾ ਇਸ ਸਮੇਂ ਦੇ ਦੌਰਾਨ। ਅਤੇ ਫਿਰ ਕੀ ਹੁੰਦਾ ਹੈ, ਜੇ ਇਸ ਸਮੇਂ ਦੇ ਦੌਰਾਨ ਅੰਡਾਣੂ ਦਾ ਸ਼ੁਕਰਾਣੂ ਦੇ ਨਾਲ ਨਿਸ਼ੇਚਨ ਹੋ ਕੇ ਯੁਗਮਜ ਬਣ ਜਾਂਦਾ ਹੈ, ਜਿਸ ਨੂੰ ਕਿ ਗ੍ਰਹਿਣ ਕਰ ਲਿਆ ਜਾਵੇ ਤਾਂ ਗਰਭ ਧਾਰਨ ਹੋ ਜਾਂਦਾ ਹੈ। ਯਾਨੀ ਕਿ ਤੁਸੀਂ ਕਹਿ ਸਕਦੇ ਵੀ ਉਸ ਗਰਭ ਤੋਂ ਬਾਅਦ ਕੀ ਹੈ ਬੱਚੇ ਦਾ ਨਿਰਮਾਣ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰ ਜੇਕਰ ਇਹ ਅੰਡਾਣੂ ਇਹਦੇ ਸਮੇਂ ਦੇ ਵਿੱਚ ਕਿ ਨਿਸ਼ੇਚਨ ਨਹੀਂ ਹੁੰਦਾ ਤਾਂ ਫਿਰ ਕੀ ਹੁੰਦਾ, ਜਿਹੜੀਆਂ ਇਹ ਵਹਿਣੀਆਂ ਅਲੱਗ-ਅਲੱਗ ਬਣੀਆਂ ਹੁੰਦੀਆਂ ਨੇ ਅਤੇ ਹੋਰ ਲਹੂ ਸੈੱਲ ਬਣੇ ਹੁੰਦੇ ਨੇ ਉਹ ਸਾਰੇ ਕੀ ਹੈ ਵਹਿ ਜਾਂਦੇ ਨੇ। ਇੱਕ ਤਰ੍ਹਾਂ ਕਹਿ ਲਓ ਵੀ ਬਲੱਡ ਕੀ ਹੈ, ਖੂਨ ਜਿਹੜਾ ਉਹ ਨਿਕਲਣ ਲੱਗ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਆਪਾਂ ਬੋਲ ਦਿੰਦੇ ਹਾਂ ਮਾਸਿਕ ਚੱਕਰ। ਇਹ ਆਮ ਤੌਰ 'ਤੇ 28 ਤੋਂ 30 ਦਿਨ ਦੇ ਵਿੱਚ ਇੱਕ ਵਾਰ ਹੁੰਦਾ ਹੈ। ਤਾਂ ਇਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਪੀਰੀਅਡਸ ਵਗੈਰਾ ਵੀ ਕਹਿ ਦਿੰਦੇ ਹਾਂ, ਮੈਂਸਟਰੂਏਸ਼ਨ। ਜਿਹੜੀ ਇਹ ਅਵਸਥਾ ਹੁੰਦੀ ਹੈ ਜਦੋਂ ਸਭ ਤੋਂ ਪਹਿਲੀ ਵਾਰ ਮਾਸਿਕ ਚੱਕਰ ਲੜਕੀਆਂ ਦੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਆਪਾਂ ਬੋਲਦੇ ਹੁੰਦੇ ਹਾਂ ਰਜੋ ਦਰਸ਼ਨ। ਸਭ ਤੋਂ ਪਹਿਲੀ ਵਾਰੀ ਇਹਦੇ ਵਿੱਚ ਫਰਕ ਕਈ ਵਾਰ ਆ ਜਾਂਦਾ ਹੈ, ਰਜੋ ਦਰਸ਼ਨ ਅਤੇ ਰਜੋ ਨਿਵ੍ਰਿੱਤੀ ਬਾਰੇ ਦੱਸੋ। ਤਾਂ ਜਦੋਂ ਸਭ ਤੋਂ ਪਹਿਲੀ ਵਾਰੀ ਮਾਸਿਕ ਚੱਕਰ ਆਉਂਦਾ ਹੈ ਤਾਂ ਉਸ ਅਵਸਥਾ ਨੂੰ ਆਪਾਂ ਬੋਲ ਦਿੰਦੇ ਹਾਂ ਰਜੋ ਦਰਸ਼ਨ। ਅਤੇ ਲਗਭਗ 45 ਤੋਂ 50 ਸਾਲ ਦੀ ਉਮਰ ਤੋਂ ਬਾਅਦ ਜਦੋਂ ਮਾਸਿਕ ਚੱਕਰ ਰੁਕ ਜਾਂਦਾ ਹੈ, ਯਾਨੀ ਕਿ ਮਾਸਿਕ ਚੱਕਰ ਆਉਣੋਂ ਬੰਦ ਹੋ ਜਾਂਦਾ ਹੈ, ਤਾਂ ਉਸ ਅਵਸਥਾ ਨੂੰ ਆਪਾਂ ਬੋਲ ਦਿੰਦੇ ਹਾਂ ਕਿ ਇਹ ਰਜੋ ਨਿਵ੍ਰਿੱਤੀ ਦੀ ਅਵਸਥਾ ਪਹੁੰਚ ਚੁੱਕੀ ਹੈ। ਜਿਹੜਾ ਹੁਣ ਮਾਸਿਕ ਚੱਕਰ ਹੁੰਦਾ ਹੈ ਇਹ ਜਦੋਂ ਸ਼ੁਰੂ ਹੁੰਦਾ ਹੈ ਤਾਂ ਇਹ ਲੜਕੀਆਂ ਦੇ ਵਿੱਚ ਨਿਯਮਿਤ ਨਹੀਂ ਹੁੰਦਾ, ਯਾਨੀ ਕਿ ਇਹ ਅੱਗੇ ਪਿੱਛੇ ਆ ਸਕਦਾ, ਕਈ ਵਾਰੀ 28 ਤੋਂ 30 ਦਿਨ ਤੋਂ ਪਹਿਲਾਂ ਵੀ ਅਤੇ ਕਈ ਵਾਰੀ 28 ਤੋਂ 30 ਦਿਨ ਤੋਂ ਬਾਅਦ ਵੀ ਲੰਘ ਜਾਂਦਾ ਹੈ। ਪਰ ਜਿਉਂ-ਜਿਉਂ ਮਤਲਬ ਕਿ ਇਹ ਕੁਛ ਟਾਈਮ ਲੰਘੀ ਜਾਂਦਾ ਹੈ ਤਾਂ ਇਹ ਨਿਯਮਿਤ ਹੋ ਜਾਂਦਾ ਹੈ, ਯਾਨੀ ਕਿ ਫਿਰ ਇਸ ਦਾ ਸਮਾਂ ਆਮ ਤੌਰ 'ਤੇ 28 ਤੋਂ 30 ਦਿਨ ਦੇ ਵਿੱਚ ਹੀ ਹੁੰਦਾ ਹੈ। ਹੁਣ ਆਪਾਂ ਇਸ ਦੇ ਬਾਰੇ ਹੀ ਥੋੜ੍ਹੀ ਚਰਚਾ ਕਰਾਂਗੇ ਕਿ ਸੰਤਾਨ ਦਾ ਲਿੰਗ ਨਿਰਧਾਰਨ ਕਿਸ ਪ੍ਰਕਾਰ ਹੁੰਦਾ ਹੈ, ਯਾਨੀ ਕਿ ਹੋਣ ਵਾਲਾ ਬੱਚਾ ਲੜਕਾ ਹੋਵੇਗਾ ਜਾਂ ਲੜਕੀ, ਇਹ ਆਪਾਂ ਨੂੰ ਕਿਵੇਂ ਪਤਾ ਲੱਗੇਗਾ। ਤਾਂ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮਨੁੱਖ ਦੇ ਪਤਾਲੂ ਦੇ ਵਿੱਚ ਸ਼ੁਕਰਾਣੂ ਅਤੇ ਇਸਤਰੀ ਦੇ ਅੰਡਕੋਸ਼ ਦੇ ਵਿੱਚ ਅੰਡਾਣੂ ਜਦੋਂ ਬਣਦੇ ਨੇ ਅਤੇ ਉਹਨਾਂ ਦਾ ਆਪਸ ਵਿੱਚ ਨਿਸ਼ੇਚਨ ਹੁੰਦਾ ਹੈ, ਮੇਲ ਹੋ ਕੇ ਨਿਸ਼ੇਚਨ ਹੁੰਦਾ ਹੈ ਅਤੇ ਜਿਸ ਤੋਂ ਯੁਗਮਜ ਬਣਦਾ ਤਾਂ ਅੱਗੇ ਗਰਭ ਠਹਿਰਦਾ ਹੈ। ਤਾਂ ਹੁਣ ਹਰੇਕ ਮਨੁੱਖ ਦੇ ਵਿੱਚ ਕੀ ਹੈ 23 ਜੋੜੇ ਗੁਣਸੂਤਰਾਂ ਦੇ ਹੁੰਦੇ ਨੇ। ਇਹਨਾਂ ਦੇ ਵਿੱਚੋਂ ਜਿਹੜੇ 2 ਗੁਣਸੂਤਰ ਹੁੰਦੇ ਨੇ ਉਹ ਲਿੰਗੀ ਗੁਣਸੂਤਰ ਹੁੰਦੇ ਨੇ, ਯਾਨੀ ਕਿ ਜਿਹੜੇ ਇਹ ਨਿਰਧਾਰਤ ਕਰਦੇ ਨੇ ਕਿ ਬੱਚੇ ਦਾ ਲਿੰਗ ਕੀ ਹੋਵੇਗਾ, ਲੜਕਾ ਹੋਵੇਗਾ ਜਾਂ ਲੜਕੀ। ਤਾਂ ਮਨੁੱਖ ਦੇ ਵਿੱਚ ਕੀ ਹੈ 2 ਤਰ੍ਹਾਂ ਦੇ ਗੁਣਸੂਤਰ ਹੁੰਦੇ ਨੇ, ਐਕਸ ਅਤੇ ਵਾਈ। ਇਹਨਾਂ ਦੇ ਵਿੱਚੋਂ ਨਰ ਦੇ ਵਿੱਚ 2 ਗੁਣਸੂਤਰ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਬੋਲਦੇ ਹਾਂ ਐਕਸ ਅਤੇ ਵਾਈ ਗੁਣਸੂਤਰ। ਇਸਤਰੀਆਂ ਦੇ ਵਿੱਚ ਵੀ 2 ਗੁਣਸੂਤਰ ਹੀ ਹੁੰਦੇ ਨੇ, ਪਰ ਦੋਨੋਂ ਗੁਣਸੂਤਰ ਵਾਈ ਹੁੰਦੇ ਨੇ ਉਹਨਾਂ ਦੇ ਵਿੱਚ। ਯੁਗਮਜ ਜਿਹੜਾ ਹੁੰਦਾ ਹੈ ਅੰਡਾਣੂ ਅਤੇ ਸ਼ੁਕਰਾਣੂ, ਇਹਦੇ ਵਿੱਚ ਕੇਵਲ ਇੱਕ ਹੀ ਲਿੰਗੀ ਗੁਣਸੂਤਰ ਹੀ ਹੁੰਦਾ ਹੈ ਯੁਗਮਜ ਦੇ ਵਿੱਚ, ਠੀਕ ਹੈ, ਚਾਹੇ ਅੰਡਾਣੂ ਹੋਵੇ, ਚਾਹੇ ਇਸਤਰੀ ਦਾ ਅੰਡਾਣੂ ਅਤੇ ਚਾਹੇ ਮਰਦ ਦਾ ਸ਼ੁਕਰਾਣੂ। ਜਦੋਂ ਇਹਨਾਂ ਦਾ ਆਪਸ ਵਿੱਚ ਮੇਲ ਹੁੰਦਾ ਹੈ, ਹੁਣ ਇਸਤਰੀ ਦੇ ਅੰਡਾਣੂ ਦੇ ਵਿੱਚ ਹਮੇਸ਼ਾ ਗੁਣਸੂਤਰ ਐਕਸ ਹੀ ਹੋਏਗਾ, ਕਿਉਂਕਿ ਇਸਤਰੀ ਦੇ ਵਿੱਚ ਐਕਸ ਹੀ ਹੁੰਦਾ ਹੈ।
ਤੇ ਮਰਦ ਦੇ ਸ਼ੁਕਰਾਣੂ ਦੇ ਵਿੱਚ ਗੁਣਸੂਤਰ ਜਿਹੜਾ ਹੁੰਦਾ ਹੈ ਉਹ ਐਕਸ ਵੀ ਹੋ ਸਕਦਾ ਹੈ ਤੇ ਵਾਈ ਵੀ ਹੋ ਸਕਦਾ ਹੈ। ਇਸ ਲਈ ਤੁਸੀਂ ਹੁਣ ਪਿਕਚਰ ਨੂੰ ਧਿਆਨ ਨਾਲ ਦੇਖੋ। ਇਸ ਪਿਕਚਰ ਦੇ ਵਿੱਚ ਕੀ ਹੈ, ਨਰ ਦੇ ਵਿੱਚ ਕੀ ਹੈ, ਐਕਸ ਤੇ ਵਾਈ ਦੋਨੋਂ ਗੁਣਸੂਤਰ ਨੇ, ਤੇ ਮਾਦਾ ਲੜਕੀ ਦੇ ਵਿੱਚ ਕੀ ਦੋਨੋਂ ਗੁਣਸੂਤਰ ਐਕਸ ਦੇ ਨੇ। ਤਾਂ ਜਦੋਂ ਅੰਡਾਣੂ ਦੇ ਵਿੱਚੋਂ ਗੁਣਸੂਤਰ ਐਕਸ ਆਇਆ, ਠੀਕ ਹੈ, ਤੇ ਜਦੋਂ ਤਾਂ ਨਰ ਦੇ ਸ਼ੁਕਰਾਣੂ ਦੇ ਵਿੱਚ ਗੁਣਸੂਤਰ ਹੋਇਆ ਐਕਸ, ਤਾਂ ਕਿ ਦੋਨੋਂ ਮਿਲ ਕੇ ਕੀ ਹੈ ਐਕਸ ਐਕਸ ਬਣ ਜਾਣਗੇ। ਤਾਂ ਕਿਹਦਾ ਨਿਰਮਾਣ ਹੋਏਗਾ, ਹਮੇਸ਼ਾ ਲੜਕੀ ਦਾ, ਯਾਨੀ ਕਿ ਲਿੰਗ ਜੋ ਹੋਏਗਾ ਬੱਚੇ ਦਾ ਹੋਏਗਾ ਲੜਕੀ। ਪਰ ਜਦੋਂ ਨਰ ਦੇ ਸ਼ੁਕਰਾਣੂ ਦੇ ਵਿੱਚੋਂ ਵਾਈ ਗੁਣਸੂਤਰ ਆਏਗਾ ਤਾਂ ਅੰਡਾਣੂ ਦੇ ਵਿੱਚ ਪਹਿਲਾਂ ਹੀ ਐਕਸ ਗੁਣਸੂਤਰ ਮੌਜੂਦ ਹੁੰਦਾ ਹੈ। ਤਾਂ ਦੋਨੋਂ ਮਿਲ ਕੇ ਕਿਹੜਾ ਗੁਣਸੂਤਰ ਬਣ ਗਿਆ, ਐਕਸ ਵਾਈ। ਤਾਂ ਜਿਹੜਾ ਬੱਚੇ ਦਾ ਲਿੰਗ ਹੋਏਗਾ ਉਹ ਕੀ ਹੋਏਗਾ, ਲੜਕਾ। ਤਾਂ ਸਿੰਪਲ ਹੈ, ਆਪਾਂ ਦੁਬਾਰਾ ਡਿਸਕਸ ਕਰਦੇ ਹਾਂ। ਅੰਡਾਣੂ ਦੇ ਵਿੱਚ ਹਮੇਸ਼ਾ ਐਕਸ ਗੁਣਸੂਤਰ ਹੀ ਹੁੰਦਾ ਹੈ, ਕਿਉਂਕਿ ਅੰਡਾਣੂ ਇਸਤਰੀ ਤੋਂ ਮਿਲਦਾ ਹੈ ਅਤੇ ਸ਼ੁਕਰਾਣੂ ਮਿਲਦਾ ਮਰਦ ਤੋਂ। ਤਾਂ ਉਸ ਦੇ ਵਿੱਚ ਐਕਸ ਜਾਂ ਵਾਈ ਦੋਨਾਂ ਵਿੱਚੋਂ ਕੋਈ ਵੀ ਗੁਣਸੂਤਰ ਹੋ ਜਾਂਦਾ ਹੈ। ਤਾਂ ਜੇਕਰ ਸ਼ੁਕਰਾਣੂ ਤੋਂ ਗੁਣਸੂਤਰ ਐਕਸ ਆਏਗਾ ਤਾਂ ਐਕਸ ਐਕਸ ਨਾਲ ਮਿਲ ਕੇ ਐਕਸ ਐਕਸ ਬਣ ਗਿਆ, ਜਿਸ ਤੋਂ ਪਤਾ ਲੱਗਿਆ ਬੱਚੇ ਦਾ ਲਿੰਗ ਕੀ ਹੈ, ਲੜਕੀ। ਅਤੇ ਜੇ ਸ਼ੁਕਰਾਣੂ ਤੋਂ ਵਾਈ ਗੁਣਸੂਤਰ ਆਇਆ ਤਾਂ ਵਾਈ ਐਕਸ ਦੇ ਨਾਲ ਮਿਲਿਆ ਤਾਂ ਕਿਹੜਾ ਗੁਣਸੂਤਰ ਬਣ ਗਿਆ, ਐਕਸ ਵਾਈ। ਤਾਂ ਇਸ ਤੋਂ ਕੀ ਪਤਾ ਲੱਗੇਗਾ, ਲਿੰਗ ਕੀ ਹੈ, ਨਰ ਹੈ, ਯਾਨੀ ਕਿ ਲੜਕਾ। ਤਾਂ ਇਸ ਤੋਂ ਆਪਾਂ ਨੂੰ ਕਲੀਅਰ ਪਤਾ ਲੱਗ ਜਾਂਦਾ ਹੈ ਕਿ ਜੋ ਵੀ ਬੱਚੇ ਦਾ ਲਿੰਗ ਹੁੰਦਾ ਹੈ ਉਹ ਇਸਤਰੀ 'ਤੇ ਨਹੀਂ, ਜਦਕਿ ਮਰਦ 'ਤੇ ਨਿਰਭਰ ਕਰਦਾ ਹੈ ਕਿ ਬੱਚਾ ਹੋਣ ਵਾਲਾ ਬੱਚਾ ਲੜਕਾ ਹੋਵੇਗਾ ਜਾਂ ਲੜਕੀ। ਇਸ ਲਈ ਪੁਰਾਣੇ ਸਮਿਆਂ ਦੇ ਅਨੁਸਾਰ ਜੋ ਮਾਂ ਨੂੰ ਹੀ ਦੋਸ਼ੀ ਠਹਿਰਾਉਂਦੇ ਨੇ ਕਿ ਲੜਕੀਆਂ ਜੰਮਦੇ ਨੇ ਜਾਂ ਲੜਕੇ ਜੰਮਦੇ ਨੇ, ਉਹ ਬਿਲਕੁਲ ਵੀ ਗਲਤ ਹੈ। ਬੱਚੇ ਦਾ ਲਿੰਗ ਪੂਰੀ ਤਰ੍ਹਾਂ ਬੱਚੇ ਦੇ ਪਿਤਾ 'ਤੇ ਨਿਰਭਰ ਕਰਦਾ ਹੈ ਕਿ ਹੋਣ ਵਾਲਾ ਬੱਚਾ ਲੜਕਾ ਹੋਵੇਗਾ ਜਾਂ ਲੜਕੀ। ਤਾਂ ਪਿਆਰੇ ਬੱਚਿਓ, ਆਪਾਂ ਨੇ ਅੱਜ ਕਿਸ਼ੋਰ ਅਵਸਥਾ ਬਾਰੇ ਚਰਚਾ ਕੀਤੀ ਸੀਗੀ। ਨਹੀਂ ਚਾਹੀਦੀ, ਆਸ ਹੈ ਤੁਹਾਨੂੰ ਸਾਰਿਆਂ ਨੂੰ ਇਹ ਬਿਲਕੁਲ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਜੇਕਰ ਫਿਰ ਵੀ ਤੁਹਾਨੂੰ ਕਿਸੇ ਚੀਜ਼ ਦੀ ਪੁੱਛਣ ਦੀ ਲੋੜ ਪੈਂਦੀ ਹੈ ਤਾਂ ਆਪਣੇ ਅਧਿਆਪਕ ਅਤੇ ਆਪਣੇ ਮਾਤਾ ਪਿਤਾ ਨਾਲ ਸਲਾਹ ਕਰਨ ਲੱਗਿਆ ਬਿਲਕੁਲ ਵੀ ਪਰਹੇਜ਼ ਨਾ ਕਰੋ, ਉਹਨਾਂ ਤੋਂ ਇਹਨਾਂ ਚੀਜ਼ਾਂ ਬਾਰੇ ਪੁੱਛੋ। ਧੰਨਵਾਦ।